एक नागा देना फिर दे के 3-4 दिन बाद असी कबूतर बाहर कढ़ गए। अच्छा शाम को ना पिछले टाइम ठीक है। वो फिर कोई हफ्ता 15 दिन ना फिरते रहते हैं, मुड़ के लाने शुरू कर देंगे। अच्छा कबूतर नहीं साढ़े कबूतरों का कभी भी कुंदा नहीं लगा, या होंगे ना कबूतर गुट ला लेंदा, कभी भी नहीं लगा। अब उस्ताद जी हाँ चलो करो। कबूतर साढ़े वाले कुंदे वैसे ही नहीं लगते, उस कबूतर के कुंदे लगते हैं जिंदे च ज्यादा सियाल फुटी मेल होंगे, मतलब भारे कबूतर होंगे हाँ ਜਿਹੜੇ ਅੱਗੇ ਹੀ ਪੂਰੀ ਤਿਆਰੀ 'ਚ ਨੇ ਉਹਨਾਂ ਦੇ ਨਾਲ ਕੁੰਡੇ ਨਹੀਂ ਲੱਗਦੇ। अच्छा ਹਾਂਜੀ उस्ताद जी मैं देख रहे कि बाद लोग ना बल्कि बाद नहीं अक्सरियत रात के कबूतर लोगों तो क्यों नहीं लग पाते, यानी जाया या बहुत होंगे ने या लगते ही नहीं ਰਾਤ की गलती कर ਰਾਤ ਨਹੀਂ ਗਲਤੀ ਕੋਈ ਵੀ ਨਹੀਂ ਕਰਦਾ। ਰਾਤ ਦੇ ਕਬੂਤਰ ਲਾਣ ਲੱਗਿਆ ਦੇਖੋ ਕਬੂਤਰ ਜ਼ਾਇਆ ਹੁੰਦੇ ਨੇ, ਜਦੋਂ ਇੱਕ ਵਾਰੀ ਬੰਦਿਆਂ ਦੇ 4-5 ਰਾਤ ਰਹਿਣ ਨਾ ਉਹਨਾਂ ਕਹਿੰਦਾ ਦਫਾ ਮਾਰ ਪਰਾ ਰਹਿਣ ਦੇ ਜ਼ਾਇਆ ਹੁੰਦੇ ਨੇ। ਅੱਛਾ। ਰਾਤ ਦੇ ਹੀ ਨਹੀਂ। अच्छा ਰਾਤ ਦਾ ਸੈੱਟ ਤਾਂ ਤੁਹਾਡਾ ਉਦੋਂ ਹੀ ਨਿਕਲਣਾ ਜਦੋਂ ਤੁਸੀਂ ਡਾ ਕੇ ਵਿੱਚੋਂ ਗਵਾਓਗੇ ਵੀ। अच्छा ਕਈ ਇੱਥੇ ਕਬੂਤਰ ਨੇ ਸਾਡੇ ਕੋਲ ਮਹੀਨਾ ਹੀ ਰਾਤਾਂ ਰਹਿੰਦੇ ਰਹੇ ਨੇ, ਹਰ ਰੋਜ਼ ਰਾਤ ਰਹਿ ਜਾਣਾ, ਫਿਰ ਇੱਕ ਦਿਨ ਬੈਠੇ ਨੇ ਮੁੜ ਕੇ ਫਿਰ 4-4 ਸਾਲ ਸਾਡੇ ਕੋਲ ਬਾਜ਼ੀਆਂ ਉੱਡ ਗਏ ਨੇ। अच्छा नहीं लोग बाद लोग कहते ने पता नहीं है सही है गलत है, यानी एक है कि जी बच्चे नु जब तक तुसी नहीं के जाते ऐ नहीं है ਵੱਡੇ ਵੀ ਲੱਗ ਜਾਂਦੇ ਨੇ ਬੱਚੇ। बड़े भी लग जाते ने। ਟ੍ਰੇਨਿੰਗ ਤੇ ਨਾ ਟ੍ਰੇਨਿੰਗ ਮੈਟਰ ਕਰਦੀ ਸ਼ਾਹ ਜੀ, ਜਿਸ ਬੰਦੇ ਨੇ ਟ੍ਰੇਨਿੰਗ ਚੰਗੀ ਕਰਾ ਲਈ ਉਹਦੇ ਤੇ ਕਬੂਤਰ ਨਿਕਲਦੇ ਲੱਗ ਜਾਂਦੇ ਨੇ। अच्छा मेरे लिए थोड़ी टेक्निक की है, यानी अगर आम हाँ है ਸਾਡੀ ਟੈਕਨੀਕ ਹੈ ਕਿ ਅਸੀਂ 5 ਵਜੇ ਕਬੂਤਰ ਬਾਹਰ ਕੱਢ ਦੇਣੇ ਨੇ, हाँ जी ਠੀਕ ਹੈ। ਰਾਤ ਨੂੰ ਦਾਣਾ ਪਾਣਾ 9 ਵਜੇ, ਦਾਣਾ 9 ਵਜੇ ਪਾਣਾ ਤਾਂ ਕਿ ਕਬੂਤਰ ਨਾ ਦਾਈ ਦੇ ਨੇ ਜਦੋਂ ਦਾਣਾ ਪਾਈ ਦੇਣਾ ਕਬੂਤਰ ਉਤਰਨ ਲੱਗਿਆ, ਕੁਛ ਉੱਡ ਜਾਂਦੇ ਨੇ ਕੁਛ ਉਤਰ ਜਾਂਦੇ ਨੇ, ਉਹ ਗੇੜੇ ਮਾਰਦੇ ਹਫਤਾ ਡੇਢ ਦਾ ਪ੍ਰੋਸੀਜਰ ਹੁੰਦਾ ਹੈ। अच्छा हफ्ता डेढ़ लगता है जी ਹਫਤਾ ਡੇਢ ਲੱਗਦਾ, ਫਿਰ ਜਿਹੜੇ ਕਬੂਤਰ ਬਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਆਦਤ ਹੁੰਦੀ ਕਿ ਅਸੀਂ ਰਾਤ ਨੂੰ ਦਾਣਾ ਖਾਣਾ ਹੈ। ठीक है ਠੀਕ ਹੈ। ਹੁਣ ਕਈ ਦਫਾ ਕਈ ਬੰਦੇ ਕਹਿੰਦੇ ਨੇ ਨਾ ਬਾਜ਼ੀ ਉੱਡੀ ਏ ਤੇ ਦੁਪਹਿਰ ਨੂੰ ਜ਼ਵਾਲ ਦਾ ਟਾਈਮ 1-1.5 ਵੀ ਕਬੂਤਰ ਸਾਹਮਣੇ ਆ ਜਾਂਦੇ ਨੇ। ਸਾਡੇ ਕਬੂਤਰ ਮਤਲਬ ਉਸ ਟਾਈਮ ਕਬੂਤਰ ਨਹੀਂ ਆਉਂਦੇ, अच्छा ਕਿਉਂਕਿ ਉਹ ਦਾਣੇ ਦਾ ਟਾਈਮ ਹੁੰਦਾ ਹੈ, ਜਦੋਂ 2-2.5 ਵਜੇ ਦਾਣਾ ਪੈਂਦਾ ਨਾ ਕਬੂਤਰ ਉਸੇ ਦਾਣੇ ਦਾ ਟਾਈਮ ਇੱਕ ਵਾਰੀ ਨਿਕਲਦਾ ਹੈ। अच्छा ਕਈ ਆ ਕੇ ਬਹਿ ਜਾਂਦੇ ਨੇ, ਕਈ ਵਾਪਸ ਹੋ ਜਾਂਦੇ ਨੇ। अच्छा ਅਸੀਂ ਕਬੂਤਰਾਂ ਨੂੰ ਦਾਣਾ ਪਾਣੇ ਰਾਤ ਨੂੰ। ਸਾਡੇ ਕਬੂਤਰ ਕੋਸ਼ਿਸ਼ ਇਹ ਕਰਦੇ ਨੇ ਜੇ ਕੋਈ ਮਤਲਬ 12 ਵਜੇ ਸਾਹਮਣੇ ਵੀ ਆਇਆ ਨਾ ਫਿਰ ਕੇ ਉਹਨੇ ਕੋਸ਼ਿਸ਼ ਕਰਨੀ ਕਿ ਹਨੇਰੇ ਦੇ ਲੱਗੇ ਹੁੰਦੇ ਨੇ, ਹਨੇਰੇ 'ਚ ਵੜਨ ਦੀ ਕੋਸ਼ਿਸ਼ ਕਰਦੇ ਨੇ ਕਿ ਰਾਤ ਨੂੰ ਹੀ ਬਈਏ। अच्छा ਆਦਤ ਹੈ ਨਾ ਕਬੂਤਰ ਨੂੰ, ਜਿੱਥੇ ਤੁਸੀਂ ਲਾ ਲੈਣਾ ਉਹਨੇ ਲੱਗ ਜਾਣਾ। ठीक है ਅਸੀਂ ਇਸ ਕਿਸਮ ਦੀ ਟ੍ਰੇਨਿੰਗ ਕਰਾਉਣੀ। अच्छा टाइम किस तरह थल्ले नु करना शुरू करते हो? ਅਸੀਂ 5 ਵਜੇ ਕੱਢੇ ਨਾ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕਬੂਤਰ ਕੋਈ 40-50 ਹਨੇਰੇ 'ਚ ਬਹਿਣ ਲੱਗ ਪਏ ਨੇ, अच्छा ਫਿਰ ਅਸੀਂ 6 ਵਜੇ ਤੇ ਲੈ ਆਣੇ। अच्छा 6 ਤੋਂ ਫਿਰ ਅਸੀਂ 6:30 ਤੇ ਲੈ ਆਣੇ। अच्छा ਉਹਦੀ ਵਜ੍ਹਾ ਕੀ ਹੁੰਦੀ, ਜਦੋਂ ਕਬੂਤਰ ਤਿਆਰੀ 'ਚ ਲੱਗ ਜਾਂਦਾ ਨਾ ਫਿਰ ਜਦੋਂ ਅਸੀਂ 4 ਵਜੇ ਜਾਂ 5 ਵਜੇ ਡਾਵਾਂਗੇ ਉਹ ਡੁੱਬ ਜਾਣਗੇ। अच्छा ਕਬੂਤਰ ਡੁੱਬੇ ਹੋਣਗੇ ਨਾ ਤੇ ਫਿਰ ਉਹ ਤੋਂ ਕਈ ਕਬੂਤਰ ਲੱਗੇ ਵੀ ਨਹੀਂ ਬਹਿੰਦੇ। अच्छा 6-6:30 ਵਜੇ ਡਾਉਣ ਦਾ ਮਕਸਦ ਇਹ ਹੁੰਦਾ ਕਬੂਤਰ ਚਮਕਾਰ ਦੇ ਕਰ ਜਾਂਦਾ, ਉਦੋਂ ਉਨੀ ਦੇਰ ਨੂੰ ਹਨੇਰਾ ਹੋ ਜਾਂਦਾ, ਉਹ ਬੰਦ ਨਹੀਂ ਹੁੰਦਾ। ठीक ਉਹ ਫਿਰ ਹਨੇਰੇ 'ਚ ਫਿਰਦਾ ਬਹਿ ਜਾਂਦਾ। उस्ताद जी गल कि जी थोड़ी टेक्निक है ना, मैं देखिया गल है, पर मैं क्योंकि आप इतने छत पे बह के भी मुजाहिदा किया है, माशाल्लाह थोड़ी टेक्निक बहुत अच्छी है, पर लोग मैं देखिया कि लोग अजे इस सिलसिले च ना उन्हां दी टेक्निक कई नहीं मैं किसे ਤਕਰੀਬਨ ਤੁਸੀਂ ਸਮਝ ਲਓ ਕਿ 85% ਲੋਕਾਂ ਦੇ ਰਾਤ ਨੂੰ ਕਬੂਤਰ ਬਹਿੰਦੇ ਨੇ। सर अजे भी लोगों के बहुत जाया होंगे ने। ਆ ਲੱਗਾ ਕਬੂਤਰ ਜਿਹੜਾ ਤੁਹਾਡਾ ਹਨੇਰੇ ਲੱਗਾ ਹੈ ਨਾ, ਜਿਹਨੂੰ ਤੁਸੀਂ ਕਹਿੰਦੇ ਸਾਡਾ ਹਨੇਰੇ ਲੱਗਾ, ਉਹ ਰਾਤ ਨਹੀਂ ਰਹਿਣਾ ਚਾਹੀਦਾ। असल टेक्निक तो है ना, ਇਹ ਨਹੀਂ ਹੈਗਾ ਕਿ ਇੱਕ ਦਿਨ ਘੁੱਸ ਮੁੱਸੇ ਜਿਹੇ 'ਚ ਬਹਿ ਗਿਆ ਤੇ ਅਸੀਂ ਕਹਾਂਗੇ ਸਾਡਾ ਹਨੇਰੇ ਦਾ ਲੱਗਾ, ਉਹ ਲੱਗਾ ਨਹੀਂ। ਕਬੂਤਰ ਕਮ ਅਜ਼ ਕਮ 1 ਮਹੀਨਾ ਪੂਰਾ ਉੱਡ ਕੇ ਰਾਤ ਨੂੰ ਬਵੇ। अच्छा ਠੀਕ ਹੈ, ਰਾਤ ਨੂੰ ਬਵੇ। ਤੁਸੀਂ ਇਹ ਕਹਿ ਸਕੋ ਨਹੀਂ ਨਜ਼ਰ ਆਂਦਾ ਮਗਰਬ ਵੀ ਹੋ ਗਈ, ਨਹੀਂ ਨਜ਼ਰ ਆਂਦਾ, ਤੁਹਾਨੂੰ 1000% ਯਕੀਨ ਹੋਵੇ ਸਾਡੇ ਸਾਰੇ ਰਾਤ ਨੂੰ ਬਹਿ ਜਾਣੇ, ਓਵਰ ਟਾਈਮ ਹੋ ਜਾਂਦੇ ਹੋ ਜਾਂ ਰਾਤ ਨਹੀਂ ਕੋਈ ਰਹੇਗਾ। हाँ वो जब मैनू याद नहीं है कि इतने बैठे हुए सी थोड़ी मेरी बहस हो गई, तू कह मैं क्या किस तरह करदा है, कहना हुंदा ही नहीं, मैं इस तरह बहते ने, मैं कहा मैं मानता ही नहीं। ਕੋਰ ਮੈਂ 6 ਡਾਏ उड़ा देते ਤਵਾਰ ਨੂੰ ਬਾਜੀ ਸੀ, ਹਾਂ। ਜੁਮੇ ਨੂੰ ਖੁੱਲੇ ਡਾਤੇ। हाँ 11 बजे तक तो मैं बैठे रहे हैं 11 ਵਜੇ ਤੱਕ ਰਾਤ ਨੂੰ ਹੀ ਬੈਠੇ ਰਿਹਾ, ਤੁਸੀਂ ਮੇਰੇ ਨਾਲ ਲੜ ਕੇ ਚਲੇ ਗਿਆ, ਤੂੰ ਕਿ ਪਾਗਲ ਹੈ। बाजी सारी खराब। ਬਾਜੀ ਤੇ ਕਬੂਤਰ ਦਾਣੇ ਹੁਣ ਕੀ ਡਾਏਗਾ। ਮੈਂ ਕਿਹਾ ਯਾਰ ਨਹੀਂ ਰਹਿੰਦੇ, 12:30 ਵਜੇ ਤੱਕ ਪੂਰੇ ਹੋ ਗਏ, ਤੁਹਾਨੂੰ ਫੋਨ ਕੀਤਾ ਸਾਰੇ ਬਹਿ ਗਏ। सारे बैठ ਉਹ ਕਬੂਤਰ ਸਾਰੇ ਫਿਰ ਰਾਤ ਨੂੰ ਬਾਜੀ 'ਚ ਬੈਠੇ।
ਇਹਨੂੰ ਕਹਿੰਦੇ ਨੇ ਪੱਕਾ ਕਰਨਾ ਰਾਤ ਦਾ। ਮੈਂ ਕਹਿ ਰਿਹਾ ਕਿ ਕਬੂਤਰ ਤੇ ਉਹੀ ਹੈ ਕਿ ਜਿਹੜਾ ਇੱਕ ਅੱਧੀ ਦਫਾ ਨਾ ਘੁਸੇ। ਜਿੱਦਣ ਆਪਾਂ ਉੱਥੇ ਅਟਕ ਗਏ ਵਾਪਸ ਆਉਣ ਦਾ ਜੁਮੇ ਦੀ ਫੜਕ ਇਹਨਾਂ ਮਾਰੀ ਸੀ। ਰਾਤ ਆਪਾਂ ਆਏ ਤਕਰੀਬਨ 10:30 ਵਜੇ ਪਹੁੰਚੇ। 10:30 ਕਬੂਤਰ ਫਿਰਨ ਡਿਆ ਹਨ ਫਿਰ ਰਹੇ ਸੀ, ਬਿਲਕੁਲ ਫਿਰ ਰਹੇ ਸੀ, ਮੈਂ ਆਪਣੀ ਅੱਖਾਂ ਦੇਖੇ ਫਿਰਦੇ ਪਏ ਹਨ। ਹਾਂਜੀ ਬਿਲਕੁਲ। ਤੇ ਸਰ ਰਾਤ ਦੀ ਕਬੂਤਰਬਾਜ਼ੀ ਹੋ ਗਈ ਹੈ, ਪਰ ਰਾਤ ਦੀ ਟੈਕਨੀਕ ਹੀ ਅਜੇ ਲੋਕਾਂ ਕੋਲ ਇੰਨੀ ਪੁਖਤਾ ਨਹੀਂ ਹੈ। ਮੈਂ ਟੈਕਨੀਕ ਸਾਰੇ ਲੋਕਾਂ ਨੂੰ ਪਤਾ। ਸ਼ਾਹ ਜੀ ਕਬੂਤਰ ਜਦੋਂ 2-4 ਵਾਰੀ ਰਾਤ ਰਹਿੰਦਾ ਨਾ ਬੰਦੇ ਚਾਲੂ ਹੋ ਜਾਂਦੇ ਨੇ, ਯਾਰ ਹੁਣ ਕਿੰਨੇ ਕੁ ਜ਼ਾਇਆ ਕਰੀਏ, ਇਹ ਗਵਾਣੇ ਪੈਂਦੇ ਨੇ, ਫਿਰ ਲੱਗ ਜਾਂਦੇ ਨੇ। ਅੱਛਾ ਨਹੀਂ ਅੱਛਾ, ਇਹ ਕੀ ਟੈਕਨੀਕ ਹੈ ਉਸਤਾਦ ਜੀ? ਕਰ ਰਹੇ ਤੋਂ ਰਹਾ ਹੈ। ਫਿਰ ਜਦੋਂ ਤੁਸੀਂ ਸਵੇਰ ਛੱਡਦੇ ਹੋ ਹਾਂਜੀ ਫਿਰ ਤੁਹਾਨੂੰ ਕਿਸ ਤਰ੍ਹਾਂ ਯਕੀਨ ਹੁੰਦਾ ਕਿ ਇਹਨਾਂ ਨੇ ਰਾਤ ਹੀ ਨੂੰ ਬਹਿਣਾ ਹੈ? ਭਾਜੀ ਹੁਣ ਤੁਸੀਂ 1 ਮਹੀਨੇ ਡੇਢ ਦੀਆਂ ਫੜਕਾਂ ਲਈਆਂ ਹੁੰਦੀਆਂ ਨੇ, ਸਾਨੂੰ ਪਤਾ ਹੈ। ਮੈਂ ਕਬੂਤਰ ਉਹ ਬਾਜ਼ੀ 'ਚ ਪਾਣਾ ਹੈ ਜਿੰਨੇ ਜੁਮੇ ਦੀ ਫੜਕ ਰਾਤ ਨੂੰ ਬਹਿਣਾ। ਅੱਛਾ ਜਿੱਦਾਂ ਮਰਜ਼ੀ ਅੱਛਾ ਹੈ ਨਾ ਮੇਰਾ ਬਾਜ਼ੀ ਮੇਕਰ ਮੋਹਰ ਵਾਲਾ ਕਬੂਤਰ, ਮੈਂ ਬਾਜ਼ੀ 'ਚ ਨਹੀਂ ਪਾਣਾ, ਹਨੇਰੇ ਦਾ ਨਹੀਂ ਲੱਗਾ ਨਹੀਂ ਪਾਣਾ। ਮੈਂ 12 ਵਾਲਾ 11 ਵਾਲਾ ਪਾ ਲਾਂਗਾ, ਉਹ 12 ਖਾਂਦਾ ਹੈ। 6-7 ਘੰਟੇ ਲਾ ਕੇ ਘਰ ਤੇ ਬਵੇਗਾ। ਜਿਹੜਾ ਆ ਕੇ ਰਾਤ ਰਹੇ ਨਾ ਤੁਹਾਡੇ ਤਾਂ ਕਿਸੇ ਕੰਮ ਦਾ ਨਹੀਂ, ਕਿਸੇ ਕੰਮ ਦਾ ਉਹ ਚੰਗਾ ਹੀ ਨਹੀਂ। ਫਿਰ ਯਾਨੀ ਕਿ ਜਿਹਨੇ ਆ ਕੇ ਬਹਿਣਾ ਨੇ ਪਰਚੇ ਤੇ ਕਬੂਤਰ ਨੇ ਨਹੀਂ ਆਣਾ, ਤੇ ਉਹ ਫਿਰ ਉਸ ਗੱਲ ਦਾ ਫਾਇਦਾ ਹੀ ਕੋਈ ਨਹੀਂ ਹੈਗਾ। ਉਹਦਾ ਕੋਈ ਫਾਇਦਾ ਨਹੀਂ। 3 ਘੰਟੇ ਵਾਲਾ ਪਾ ਲਓ, 3 ਘੰਟੇ ਵਾਲਾ ਘਰ ਤੇ 3 ਘੰਟੇ ਲੈ ਕੇ ਬਹਿ ਜਾ ਕਰਨਾ। ਬਿਲਕੁਲ ਬੈਠੇਗਾ। ਠੀਕ ਹੈ, ਇਹ ਗੱਲ ਹੈ ਸਾਡੀ। ਉਸਤਾਦ ਜੀ ਮੈਂ ਕਬੂਤਰ ਤੋਂ ਜਿਹੜਾ ਲਗਾਤਾਰ ਪ੍ਰਵਾਜ਼ ਲੈਣਾ ਹੈ, ਹਾਂਜੀ ਇਹਦੇ ਲਈ ਕੋਈ ਇੱਕ ਆਮ ਬੰਦੇ ਨੂੰ ਮਸ਼ਵਰਾ ਦੇਣਾ ਚਾਹੀਦਾ। ਦੇਖੋ ਨਾ ਬਾਅਦ ਕਰ ਲੋਕ ਇੱਕ ਅੱਧੀ ਪ੍ਰਵਾਜ਼ ਲੈ ਲੈਂਦੇ ਨੇ, ਪਰ ਉਹਦੇ ਬਾਅਦ ਲੋਕਾਂ ਕੋਲ ਨਹੀਂ। ਸ਼ਾਹ ਜੀ ਮੈਂ ਤੁਹਾਨੂੰ ਦੱਸਣਾ, ਹਾਂ, ਕਬੂਤਰ ਪ੍ਰਵਾਜ਼ਾਂ ਰਿਪੀਟ ਚੰਗਾ ਹੀ ਕਰਦਾ। ਜਿਹੜਾ ਚੰਗਾ ਕਬੂਤਰ ਹੈ ਨਾ, ਖੁਦ 10 11 12 ਘੰਟੇ ਵਾਲਾ, ਉਹਨੂੰ ਤੁਸੀਂ ਆਓਗੇ ਬੈਠਾ ਹੈਗਾ ਨਾ, ਉਹਨੂੰ ਤੁਸੀਂ ਸਾਂਭੀ ਜਾਓਗੇ ਜਿਵੇਂ ਹਲਕੀ ਫੁਲਕੀ ਗਰਮ ਪਾਣੀ ਹੋ ਗਿਆ ਜਾਂ ਮਜੂਨਾ ਹੋ ਗਈਆਂ, ਜੋ ਵੀ ਤੁਹਾਡੇ ਕੋਲ ਤਰੀਕਾਕਾਰ ਹੈ ਸਾਂਭ ਦਾ, ਉਹਦੇ ਨਾਲ ਕਬੂਤਰ ਤੁਹਾਨੂੰ ਪ੍ਰਵਾਜ਼ਾਂ ਰਿਪੀਟ ਕਰੇਗਾ। 2021 ਚ ਸਾਡੇ ਕੁੰਦਨ ਕਬੂਤਰ ਨੇ 7 ਬਾਜ਼ੀਆਂ ਦੇ 84 ਘੰਟੇ ਐਵਰੇਜ, 12 7 84 12 ਘੰਟੇ ਦੀ ਐਵਰੇਜ ਆ ਗਈ। ਸਾਰੀਆਂ ਬਾਜ਼ੀਆਂ ਰਿਪੀਟ ਕੀਤੀਆਂ ਨਾ ਉਹਨੇ, ਕਿਉਂਕਿ ਉਹ ਚੰਗਾ ਸੀ। ਠੀਕ ਹੈ, ਗੰਦੇ ਕਬੂਤਰ ਜਿਹੜੇ ਹੁੰਦੇ ਨਾ 11 12 ਵੀ ਅਸੀਂ ਉਹਨੂੰ ਨਾਗੇ ਜਦੋਂ ਬਾਜ਼ੀਆਂ 'ਚ ਪਾਵਾਂਗੇ ਨਾ, ਸਾਨੂੰ ਲੰਮੀ ਹਿੱਟ ਕਢਾਉਣ ਲਈ ਕਬੂਤਰ ਨੂੰ ਮੈਡੀਸਨ ਦੇਣੀ ਪੈਂਦੀ ਹੈ। ਅੱਛਾ, ਉਹ ਜਦੋਂ ਅਸੀਂ ਮੈਡੀਸਨ ਦਿਆਂਗੇ ਕਬੂਤਰ 2-3 ਬਾਜ਼ੀਆਂ ਉੱਡੇਗਾ, ਮੁੜ ਕੇ ਉਹ ਥੱਲੇ ਵਾਪਸ ਆ ਜਾਏਗਾ, ਸੁੱਕਣਾ ਸ਼ੁਰੂ ਹੋ ਜਾਏਗਾ। ਉਹਦੇ 'ਚ ਉਹਦੀ ਨਸਲ 'ਚ ਜਾਂ ਉਹਦੀ 'ਚ ਪਾਵਰ ਨਹੀਂ ਹੁੰਦੀ ਫੜਕ ਕੱਢਣ ਵਾਲੀ। ਤੁਸੀਂ ਦਵਾਈਆਂ ਨਾਲ ਫੜਕਾਂ ਉਹਦੀਆਂ ਕਢਾ ਲਈਆਂ ਤਾਂ ਵੀ ਕਬੂਤਰ ਵਾਪਸ ਆ ਜਾਂਦੇ। ਲੋ ਜੀ ਸ਼ਬਾਜ਼ ਸਾਹਿਬ ਵੀ ਪਹੁੰਚ ਗਏ ਨੇ, ਲੇਟ ਹੋ ਗਏ ਜੀ। अस्सलाम वालेकुम जी शाह जी। ਸ਼ਬਾਜ਼ ਸਾਹਿਬ ਵੀ ਆ ਗਏ ਨੇ। ਸ਼ਬਾਜ਼ ਸਾਹਿਬ जी जी की ਫੋਨ ਤੇ ਕੀਤਾ, ਪਰ ਮੁੰਡੇ ਕਹਿੰਦੇ ਸੀ ਕੇਕ ਕੱਟੋ, ਕੇਕ ਕੱਟੋ। ਜੀ ਉਸਤਾਦ ਜੀ ਤੁਹਾਡੇ ਨਾਲ ਗੱਲ ਚੱਲ ਰਹੀ ਸੀ। ਦੇਖੋ ਤੁਹਾਡੇ ਨਾਲ ਗੱਲ ਚੱਲ ਰਹੀ ਸੀ, ਲੋਕਾਂ ਦੀ ਬੜੀ ਡਿਮਾਂਡ ਆਂਦੀ, ਲੋਕ ਤੁਹਾਨੂੰ ਸੁਣਨਾ ਚਾਹੁੰਦੇ ਹੈ। ਦੇਖੋ ਨਾ ਬਗੈਰ ਅਸੀਂ ਨੋਟਿਸ ਤੋਂ ਆਏ ਆ 100 ਲੋਕ ਫਿਰ ਵੀ ਆਨਲਾਈਨ ਹੋ ਗਏ। ਲੋਕ ਤੁਹਾਡੇ ਨਾਲ ਮੁਹੱਬਤ ਕਰਦੇ ਨੇ, ਤੁਹਾਡੇ ਫੈਨ ਫਾਲੋਇੰਗ ਨੇ। ਫੜ ਕੇ ਪਰਖ ਨਹੀਂ ਸਕਦੇ, ਹਰ ਬੰਦਾ ਨਹੀਂ ਫੜ, ਨਵਾਂ ਬੰਦਾ ਤਾਂ ਬਿਲਕੁਲ ਨਾ ਫੜ, ਉਹ ਤਾਂ ਬੋਡੀ ਸਟਰਕਚਰ ਵੇਖ ਕੇ ਲਾਏਗਾ ਨਾ। ਅੱਛੇ ਕਬੂਤਰ ਸਾਹਮਣੇ ਆਉਂਦੇ ਨੇ, ਕਬੂਤਰ ਡਾ ਕੇ। ਯਾਰ ਸਾਨੂੰ ਇੰਨੇ 30 ਸਾਲ ਹੋ ਗਏ ਨੇ ਕਬੂਤਰ ਡਾਉਂਦਿਆਂ ਨੂੰ, ਤੇ ਜਾ ਕੇ ਹੁਣ ਸਮਝ ਲੱਗਣੀ ਸ਼ੁਰੂ ਹੋਈ ਹੈ, ਤੇ ਟਾਈਮ ਤੇ ਸ਼ਾਜੀ ਨੂੰ ਤੇ ਲੱਗਦਾ, ਟਾਈਮ ਲੱਗਦਾ। ਅੱਜ ਕੱਲ ਦਾ ਤੁਸੀਂ ਸ਼ੌਕ ਹੈ, ਦੇਖੋ ਨਾ ਕਿੰਨਾ ਬਦਲ ਗਿਆ। ਤੁਸੀਂ ਇੰਨੇ ਅਰਸੇ ਤੋਂ ਕਰ ਰਹੇ ਹੋ ਸ਼ੌਕ, ਕਿੰਨਾ ਤੇਜ਼ ਹੋ ਗਿਆ, ਬੜਾ ਤੇਜ਼ ਹੋ ਗਿਆ। ਕਬੂਤਰਬਾਜ਼ੀ ਰਾਤ ਨੂੰ ਨਹੀਂ ਮੁੰਤਕਿਲ ਹੋ ਗਈ। ਮੈਂ ਤੁਹਾਨੂੰ ਕਿਹਾ 85-90% ਕਬੂਤਰ ਹੀ ਲੋਕਾਂ ਦੇ ਰਾਤ ਨੂੰ ਬਹਿੰਦੇ ਨੇ। ਅੱਛਾ, ਇਹਦੀ ਵਜ੍ਹਾ ਅੱਛੇ ਕਬੂਤਰ ਹੋਣਾ ਹੋ ਗਏ ਨੇ, ਦਾਣਾ ਪਾਣੀ ਹੈ ਕਿ ਮੌਸਮ ਬਦਲ ਗਿਆ? ਮੌਸਮ ਵੀ ਬਦਲ ਗਿਆ ਹੈ। ਠੀਕ ਹੈ, ਸਭ ਤੋਂ ਪਹਿਲੀ ਗੱਲ ਤੇ ਮੌਸਮ ਵੀ ਬਦਲ ਗਿਆ ਹੈ। ਕਿਉਂਕਿ 2022 ਚ ਗਰਮੀ ਪਈ ਸੀ ਨਾ, ਤਕਰੀਬਨ ਓਵਰਆਲ ਸਾਰਾ ਪੰਜਾਬ ਹੀ ਪਰੇਸ਼ਾਨ ਸੀ। ਠੀਕ ਹੈ, ਕਿਉਂਕਿ 2022 ਚ ਅੱਛੇ ਕਬੂਤਰ ਨਹੀਂ ਸਨ ਲੋਕਾਂ ਕੋਲ ਹੈ ਸਾਨੂੰ। ਇਹਦਾ ਮਤਲਬ ਇਹ ਵੇ ਕਿ ਮੌਸਮ 'ਚ ਫਰਕ ਆਇਆ। ਮੌਸਮ ਸਭ ਤੋਂ ਪਹਿਲੇ ਮੌਸਮ 'ਚ ਫਰਕ ਆਇਆ ਹੈ। ਅੱਛਾ, ਫਿਰ ਕਬੂਤਰਬਾਜ਼ੀ ਨੇ ਰੂਜ ਫੜ ਲਿਆ, ਟੈਕਨੀਕ ਅੱਛੀ ਤੋਂ ਅੱਛੀ, ਹਰ ਉਸਤਾਦ ਅੱਛਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਕੁਛ ਮੌਸਮ ਵੀ ਠੀਕ ਨੇ, ਯਾਨੀ ਕਿ ਜਿਹੜੀਆਂ ਚੀਜ਼ਾਂ ਕਬੂਤਰਾਂ ਨੂੰ ਦੇ ਰਹੇ ਨੇ ਉਹ ਚੁੱਕ ਰਹੇ ਨੇ। ਮੌਸਮ ਹਾਂ ਦੂਸਰੀ ਸਾਈਡ ਤੇ ਚਲਾ ਜਾਵੇ, ਗਰਮ ਹੋ ਜਾਵੇ ਜਿਵੇਂ 2022 ਚ, ਫਿਰ ਪ੍ਰੋਬਲਮ ਆਏਗੀ। ਲੇਕਿਨ ਮੌਸਮ ਸਾਡਾ ਤੇ ਬਦਲ ਹੀ ਗਿਆ ਨਾ, ਪੰਜਾਬ ਦਾ ਤਕਰੀਬਨ ਬਦਲ ਗਿਆ ਮੌਸਮ। ਅੱਛਾ ਉਸਤਾਦ ਜੀ, ਥੋੜੇ ਜਿਹਾ ਅੱਗੇ ਚਲੀਏ। ਅੱਜ
ਬਾਅਦ ਲੋਕ ਮੈਂ ਉਸਤਾਦਾਂ ਤੋਂ ਕਹਿੰਦੇ ਸੁਣਿਆ ਕਿ ਜੀ ਹੁਣ ਜਿਹੜਾ ਦੌਰ ਹੈ ਨਾ ਉਹ ਮੈਡੀਸਨ ਦਾ ਆ ਗਿਆ, ਮਜੂਨਾ ਦਾ ਦੌਰ ਮੁੱਕ ਗਿਆ। ਮੈਡੀਸਨ ਦਾ ਦੌਰ ਇਸ ਤਰ੍ਹਾਂ ਹੀ ਆ ਗਿਆ ਨਾ, ਮਜੂਨਾ ਦੌਰ। ਮਜੂਨ ਚੰਗੇ ਕਬੂਤਰ ਨੂੰ ਮੈਡੀਸਨ ਦੀ ਜ਼ਰੂਰਤ ਨਹੀਂ ਹੈਗੀ, ਅੱਛਾ, ਉਹ ਮਜੂਨਾ ਤੇ ਉੱਡ ਜਾਂਦੇ ਨੇ। ਉਹ ਮਜੂਨਾ ਤੇ ਉੱਡ ਗਿਆ। ਗੰਦਾ ਮੈਡੀਸਨ ਤੋਂ ਬਗੈਰ ਨਹੀਂ ਉੱਡਦਾ। ਅੱਛਾ, ਲੇਕਿਨ ਗੰਦੇ ਕਬੂਤਰ ਨਾਗੇ ਵਾਲੀਆਂ ਬਾਜ਼ੀਆਂ 'ਚ ਨਾ ਫੇਲ ਨੇ। ਨਾਗੇ ਵਾਲੀ ਬਾਤੀਆਂ ਔਰ ਪਿਆਰਾ ਤੁਸੀਂ 8 ਦਿਨ ਬਾਅਦ ਪਿਆਰਾ ਤੁਸੀਂ ਡਾ ਸਕਦੇ, ਉਹਦੇ ਨਾਲ ਹਿੱਟ ਕੱਢ ਸਕਦਾ। ਤੁਸੀਂ ਕਹੋ ਨਾ ਗੰਦੇ ਕਬੂਤਰ ਨਾਲ ਰੋਜ਼ ਅਸੀਂ ਨਾਗੇ ਦੇ ਹਿੱਟਾਂ ਕਢਾਈ, ਉਹ ਨਹੀਂ ਨਿਕਲਣੀ। ਉਹ ਨਹੀਂ ਨਿਕਲਦੀ। 2 ਰੈਸਟਾਂ ਲਾਏਗਾ, ਫਿਰ ਇੱਕ ਕੱਢ ਦੇਗਾ, ਫਿਰ ਅੱਗੋਂ ਰੈਸਟਾਂ ਲਾਏਗਾ, ਫਿਰ ਉਹਦੀ ਬਾਜ਼ੀ ਮੁੱਕ ਜਾਂਦੀ। ਉਨੀ ਦੇਰ ਚ ਬਾਜ਼ੀ ਖਤਮ ਹੋ ਜਾਂਦੀ ਹੈ। ਅਬ ਸਾਜੀ ਗੱਲ ਬਤਾਉਂ ਕੀ ਹੈ, ਮੈਂ ਤੁਹਾਨੂੰ ਇੱਕ ਅਗਰ ਅਸੀਂ ਥੋੜਾ ਜਿਹਾ ਉਹ ਕਰੀਏ ਇਹਨਾਂ ਦੀ ਫੀਲ ਕਰੀਏ, ਪਹਿਲੇ ਅੱਛਾ ਕਬੂਤਰ ਆਂਦਾ, ਪਹਿਲੇ ਅੱਛਾ, ਫਿਰ ਤਿਆਰੀ ਆਂਦੀ। ਪਹਿਲੇ ਅੱਛਾ ਕਬੂਤਰ, ਫਿਰ ਤਿਆਰੀ। ਅੱਛਾ ਮੁਹੱਬਤ ਵੀ ਹੋਣਾ ਚਾਹੀਦਾ, ਨਹੀਂ ਅੱਛੇ ਕਬੂਤਰ ਵੀ ਹੁਣ ਮੈਂ ਹੀ ਪੁੱਛਿਆ ਐ ਸਗਾ ਨਾ, ਅੱਛੇ ਕਬੂਤਰ ਵੀ ਤੁਹਾਨੂੰ ਕੁਛ ਵੀ ਤੁਸੀਂ 3 ਦਿਨ ਉੱਡਣ ਵਾਲਾ ਛੱਡ ਲੋਗੇ, ਉਹਨੂੰ ਤਿਆਰ ਹੀ ਨਹੀਂ ਕਰ ਸਕਣਾ। ਅੱਛਾ, ਉਹ ਵੀ ਗੰਦਿਆਂ ਵਰਗਾ ਹੀ। ਹਾਂ, ਜਦ ਤੱਕ ਤੁਹਾਡੇ ਕੋਲ ਤਿੰਨੋਂ ਚੀਜ਼ਾਂ ਕੰਪਲੀਟ ਨਹੀਂ ਹੁਣ ਮੇਰੇ ਕੋਲ ਹੋਣਗੀਆਂ। ਏਡੇ ਅੱਛੇ ਕਬੂਤਰ ਨੇ, ਮੈਂ ਕਹਾਂ ਜੀ ਖਾਲੀ ਕਬੂਤਰ ਬੜੇ ਚੰਗੇ ਨੇ, ਅਸੀਂ ਇਹਨਾਂ ਨੂੰ ਉਡਾਈਏ ਹੀ ਨਾ। ਫਿਰ ਐਵੇਂ ਘੰਟਾ 2-2 ਫੇਰ ਕੇ ਤੇ ਤਾਰ ਚੜੀਏ, ਮੁੜ ਕੇ ਪਟਾਈ ਕਰਕੇ ਤੇ ਆ ਕੇ ਬਾਜ਼ੀਆਂ ਜਿੱਤ ਲਾਂਗੇ। ਇੰਜ ਨਹੀਂ ਹੁੰਦੀ। ਇੰਜ ਨਹੀਂ ਹੁੰਦਾ। ਡੰਡਾ ਇਹਨਾਂ ਨੂੰ ਚਲਾਓਗੇ ਤੇ ਉੱਡਣ। ਡੰਡਾ ਚਲਾਓਗੇ ਤੇ ਉੱਡਣਗੇ। ਪਰ ਅੱਜ ਦਾ ਜਿਹੜਾ ਦੌਰ ਹੈ, ਅੱਜ ਕਹਿੰਦੇ ਆ ਉਸਤਾਦ ਕਹਿੰਦੇ ਨੇ ਕਿ ਜੀ ਇਹ ਰੈਡੀਮੇਡ ਕਬੂਤਰਬਾਜ਼ੀ ਹੋ ਗਈ। ਰੈਡੀਮੇਡ ਤੋਂ ਮੁਰਾਦ ਕਿ ਜਿਸ ਤਰ੍ਹਾਂ ਸਟਰੀਟ ਰਾਈਡ ਦਾ ਦੌਰ ਆ ਗਿਆ ਹੈ ਕਿ ਤੁਸੀਂ ਸਟਰੀਟ ਰਾਈਡ ਮਾਰੋ ਤਾਂ ਤਿਆਰੀ ਵਾਲਾ ਕਬੂਤਰ ਹੀ ਸਟਰੀਟ ਰਾਈਡ ਮਾਰ ਚੁੱਕੇਗਾ, ਉਹ ਵੀ ਕਿੰਨੇ ਚੁੱਕਣੀ ਜੀ। ਅੱਛਾ, ਤੁਸੀਂ ਫਰਜ਼ ਕਰੋ, ਮੈਂ ਕਹਿੰਦਾ ਮੇਰੇ ਕੋਲ 4 ਘੰਟੇ ਵਾਲਾ ਕਬੂਤਰ ਹੈ। 4 ਘੰਟੇ ਵਾਲੇ ਨੂੰ ਮੈਂ ਪੂਰੀ ਖੁਰਾਕ ਦਿੱਤੀ, ਉਹਦੇ ਸਾਂਭਿਆ ਪੂਰਾ ਹੋਏਗਾ, ਬਦਾਮ ਪੂਰੇ ਉਹਨੇ ਖਾਧੇ ਹੋਣਗੇ, ਤੁਹਾਡੀ ਪੂਰੀ ਕੁੱਟ ਫੈਂਟ ਦੇ ਵਿੱਚ ਪੂਰਾ ਨਿਕਲਿਆ ਹੋਏਗਾ ਨਾ, ਫਿਰ ਉਹ ਦਵਾਈ ਲਾਏਗਾ, ਵਰਨਾ ਡਿੱਗ ਪਏਗਾ। ਉਹ ਸਾਡੀ ਜਦ ਤੁਸੀਂ ਸਿਲੈਕਸ਼ਨ ਕਰਦੇ ਹੋ ਤੇ ਹਾਂਜੀ ਕੀ ਚੀਜ਼ਾਂ ਮੱਦੇਨਜ਼ਰ ਤੋਂ ਬਾਅਦ ਹੋ ਜਾਂਦਾ ਨਾ ਕਿ 12-13 ਕਬੂਤਰ ਇੱਕ ਜੰਜ ਦੇ, ਜਿੱਦਾਂ ਲਾਹੌਰ ਚ 7 ਉੱਡਦੇ ਨੇ, ਹਾਂਜੀ, ਤੇ ਸਿਲੈਕਸ਼ਨ ਬਹੁਤ ਕਾਊਂਟ ਕਰਦੀ ਹੈ। ਵੇਖੋ ਜੀ ਤੁਹਾਡੀ ਜਿੱਤੀ ਸਿਲੈਕਸ਼ਨ ਤੇ ਆਉਗੀ। ਅਸੀਂ ਮੈਂ ਆਪਣੀ ਗੱਲ ਕਰਨਾ, ਕਈ ਐਸੀਆਂ ਬਾਜ਼ੀਆਂ ਆਈਆਂ ਨੇ ਗਲਤ ਕਬੂਤਰ ਸਿਲੈਕਟ ਕਰਕੇ ਅਸੀਂ ਉਹ ਬਾਜ਼ੀ ਹਾਰੀ। ਅੱਛਾ, ਠੀਕ ਹੈ, ਸਿਲੈਕਸ਼ਨ ਕਰਨ ਲੱਗਿਆ ਵੀ ਤੁਹਾਨੂੰ ਟਾਈਮ ਚਾਹੀਦਾ, ਡਾ ਕੇ ਪਤਾ ਚੱਲ ਜਾਂਦਾ। ਲੇਕਿਨ ਹੁਣ ਤਾਂ ਅਸੀਂ ਸਿਲੈਕਸ਼ਨ ਇਸ ਤਰ੍ਹਾਂ ਦੀ ਕਰਨੇ ਆ, ਸਾਨੂੰ ਇਹ ਪਤਾ 100% ਇਹ ਤੋਂ ਵੇਖਣਾ, ਫੋਕਸ ਇੱਕੋ ਰੱਖਿਆ ਯਾਰ ਸਾਡਾ ਹਨੇਰੇ 'ਚ ਪ੍ਰੋਪਰ ਪਰਫੈਕਟ ਕਿਹੜਾ ਪੈਂਦਾ। ਅੱਛਾ, ਠੀਕ ਹੈ, ਯਾਨੀ ਹੁਣ ਸੱਤੇ ਹੀ ਨੇਰੇ ਵਾਲੇ ਅਸੀਂ ਕਬੂਤਰ ਉਹ ਪਾਉਣਾ ਤਾਂ ਕਿ ਜੋ ਪਿਆਰਾ ਅਸੀਂ ਛੰਡ ਕੇ ਡਾਣਾ ਹੁੰਦਾ ਹੈ ਤੇ ਕਬੂਤਰ ਹਨੇਰੇ ਦਾ ਨਹੀਂ ਲੱਗਾ ਹੋਏਗਾ ਤੁਹਾਡੇ ਦਾ ਨਹੀਂ। ਅੱਛਾ, ਬਾਜ਼ ਕਿਆ ਕਹਿੰਦੇ ਨੇ ਕਿ ਜੀ ਸਾਰੇ ਕਬੂਤਰ ਇੱਕ ਜਾਂਦੇ ਨਹੀਂ ਪਾਣੇ ਚਾਹੀਦੇ ਨੇ, ਹਨੇਰੇ ਦੇ ਲੱਗੇ ਹੋਣਗੇ ਤੇ ਸਾਰੇ ਹੀ ਬਹਿਣਗੇ, ਸਾਰੇ ਬੈਠ। ਸਾਰੇ ਬਹਿਣਗੇ। ਉਹ ਤਾਂ ਵੱਧ ਇੱਕ ਜਣ ਦੇ ਤੁਸੀਂ 12 ਘੰਟੇ ਵਾਲੇ ਖੁਦ ਉੱਡਣ ਵਾਲੇ ਕਬੂਤਰ ਨੇ, ਤੁਹਾਨੂੰ ਤਾਂ ਦਵਾਈ ਵੀ ਮੈਡੀਸਨ ਵੀ ਲਾਉਣ ਦੀ ਲੋੜ ਨਹੀਂ। ਮਾੜਾ ਜਿਹਾ ਉਹਨਾਂ ਨੂੰ ਗਰਮ ਪਾਣੀ ਦਿਓ ਨਾ, ਰਾਤ ਨੂੰ ਸਾਰਿਆਂ ਬਹਿ ਜਾਂਦੇ, ਕਿਉਂਕਿ ਉਹ ਆਪ ਹੀ ਸ਼ਾਮ ਦੀ ਘਰ ਉੱਡਦੇ ਪੈਣ। ਪਰ ਉਸਤਾਦ ਜੀ ਮੈਂ ਇੱਕ ਚੀਜ਼ ਤਾਂ ਜ਼ਰੂਰ ਦੇਖੀ ਹੈ ਕਿ ਕਾਮਯਾਬ ਬੰਦਾ ਹੋਈ ਹੈ ਜਿਹੜਾ ਆਪ ਥੱਲੇ ਬੈਂਦਾ ਹੈ। ਬਿਲਕੁਲ ਹੈ, ਜਿਹੜੀ ਫੂਨਾ ਦੀ ਕਬੂਤਰਬਾਜ਼ੀ ਹੈ ਨਾ ਉਹ ਨਹੀਂ ਹੈਗੀ। ਹਾਂ, ਜਾਂ ਤੁਹਾਨੂੰ ਮੁਹਾਵਤ ਕੋਈ ਅੱਛਾ ਮੁਹਾਵਤ ਉਸਤਾਦ ਅੱਛਾ ਲੱਭ ਗਿਆ, ਮੁਹਾਵਤ ਯਾਨੀ ਕਿ ਜਿਹੜਾ ਕਬੂਤਰਬਾਜ਼ੀ ਨੂੰ ਸਮਝਦਾ ਉਹ ਲੱਭ ਗਿਆ ਨਾ, ਤੇ ਉਹ ਤੁਹਾਨੂੰ ਪਾਰ ਲੰਘਾ ਸਕਦਾ, ਕਿਉਂਕਿ ਉਹ ਕਾਰੀਗਰ ਬੰਦਾ ਕਿਤੇ ਵੀ ਕਿਹੜੀ ਵੀ ਛੱਤ ਤੇ ਬੈਠਾ ਹੋਏਗਾ, ਉਹਦਾ ਰਿਜ਼ਲਟ ਹੋਏਗਾ। ਉਸਤਾਦ ਜੀ ਕਬੂਤਰ ਖਰਾਬ ਕਿਸ ਤਰ੍ਹਾਂ ਹੁੰਦਾ ਹੈ? ਯਾਨੀ ਕਹਿੰਦਾ ਕੀ ਤੁਹਾਡੇ ਨਜ਼ਰ 'ਚ, ਯਾਨੀ ਅਗਰ ਤੁਹਾਡਾ, ਕਿਉਂਕਿ ਤੁਹਾਡਾ ਜਿਹੜਾ ਪ੍ਰੈਕਟੀਕਲੀ ਤਜਰਬਾ ਹੈ ਨਾ 25-30 ਸਾਲ ਦਾ ਹੈ, ਹਾਂਜੀ, ਕਬੂਤਰ ਖਰਾਬ ਕਿਉਂ ਹੁੰਦਾ, ਕਿਸ ਵਜ੍ਹਾ ਤੋਂ? ਕੋਈ ਆਮ, ਤਾਂ ਕਿ ਆਮ ਬੰਦੇ ਨੂੰ ਅੱਜ ਰਹਿਣ ਦੇਖੋ ਨਾ, ਤੁਹਾਡੇ ਚਾਣ ਵਾਲੇ ਇਹਨੇ ਦੇਖ ਰਹੇ ਨੇ, ਕਹਿ ਮੈਂ ਪੁੱਛਣਾ ਚਾਹ ਰਹੇ ਹਾਂ। ਕਬੂਤਰ ਸ਼ਾਹ ਜੀ ਕਾਲੀ ਤੋਂ ਖਰਾਬ ਹੁੰਦਾ। ਅੱਛਾ, ਮਤਲਬ ਕਬੂਤਰ ਬੈਠਾ ਹੈ ਨਾ, ਮੈਂ ਹੀ ਆ, ਮੇਰਾ ਜਿਨ ਮੈਨੂੰ 15 ਮਿੰਟਾਂ 'ਚ ਤਿਆਰ ਕਰ ਲਵਾਂ, ਕਾਲੀ ਇਹਨਾਂ ਨੂੰ ਨੋਕਾਂ ਲਵਾਈਆਂ, ਪਾਣੀ ਦਿੱਤਾ, ਕਰ ਕੇ ਤੇ ਫਟਾਫਟ ਖਰਾਬ ਦੇ ਦਿੱਤੀ। ਕਬੂਤਰ ਦੀ ਹਾਲਤ ਤਲਖੀ ਨਹੀਂ ਖਤਮ ਹੋਈ ਹੁੰਦੀ, ਕਬੂਤਰ ਡਾਂਝ ਕਰ ਜਾਂਦਾ। ਠੀਕ ਹੈ, ਫੋਨ ਰੋਕ ਲੈਂਦਾ ਹੈ, ਪਾਣੀ ਰੋਕ ਲਿਆ, ਖਰਾਬ ਹੋ ਗਿਆ। ਕਬੂਤਰ ਨੂੰ ਪ੍ਰੋਪਰ ਟਾਈਮ ਚਾਹੀਦਾ ਸਾਂਭਣ ਵਾਸਤੇ, ਪੂਰਾ ਜਦੋਂ ਤੁਹਾਨੂੰ ਲੱਗ ਜਾਵੇ ਕਿ ਕਬੂਤਰ ਉੱਡ ਕੇ ਆਇਆ ਨਾ, ਉੱਡ ਕੇ ਆਇਆ ਕਬੂਤਰ ਚਰਬੀ ਵਾਲੀ ਬਿੱਠ ਕਰੇਗਾ। ਠੀਕ ਹੈ, ਉਹਨੂੰ ਤੁਸੀਂ ਪਾਣੀ ਦੇਣਾ ਸ਼ੁਰੂ ਕਰ ਦਿੱਤਾ, ਪਾਣੀ ਉਹ ਬਿੱਠਾ ਕਰਦੇ ਜਦੋਂ ਤੱਕ ਉਹ ਕਬੂਤਰ ਪਾਣੀ ਵਾਲੀ ਬਿੱਠ ਨਹੀਂ ਨਾ ਕਰੇਗਾ, ਜਦੋਂ ਕਬੂਤਰ ਪਾਣੀ ਵਾਲੀ ਬਿੱਠ ਕਰ ਦਿੱਤੀ ਨਾ, ਚਰਬੀ ਤੋਂ ਪਾਣੀ ਤੇ ਆ ਗਿਆ, ਤੁਸੀਂ ਸਮਝ ਲਓ ਤੁਹਾਡਾ ਕਬੂਤਰ ਅੰਦਰੋਂ ਸੈੱਟ ਹੋ ਗਿਆ। ਉਸ ਤੋਂ ਬਾਅਦ ਤੁਸੀਂ ਉਹਦੇ ਖੁੱਲਾ ਪਾਣੀ ਰੱਖੋ,
100% ਉਹ ਪਾਣੀ ਨਹੀਂ ਪੀਵੇਗਾ, ਕਿਉਂਕਿ ਉਹ ਤਿਆਰ ਉਹ ਖੁਰਾਕ ਮੰਗਦਾ, ਪਰ ਉਹਨੂੰ ਖੁਰਾਕ ਦੇ ਕੇ ਤੇ ਛੱਡ ਦਿਓ, ਕਦੀ ਕਬੂਤਰ ਖਰਾਬ ਨਹੀਂ ਹੁੰਦਾ। ਕਦੀ ਨਹੀਂ ਖਰਾਬ। ਜਿਹੜਾ ਕਬੂਤਰ ਚਰਬੀ ਤੋਂ ਬਾਅਦ ਪਾਣੀ ਵਾਲੇ ਵਿਠਾ ਮਾਰਨੇ ਸ਼ੁਰੂ ਕਰ ਦਿੰਦਾ ਨਾ, ਉਹ ਕਦੀ ਖਰਾਬ ਨਹੀਂ ਹੋਏਗਾ, ਠੀਕ ਹੋ ਗਿਆ, ਕਿਉਂਕਿ ਉਹ ਤਿਆਰ ਹੋ ਗਿਆ। ਉਹ ਤਿਆਰ ਹੋ ਗਿਆ। ਹਾਂਜੀ, ਹੁਣ ਚਰਬੀ ਵਾਲੇ ਮਿੱਠਾ ਮਾਰਨ ਡਿਆ, ਕਈ ਕਬੂਤਰ ਪਾਣੀ ਨਹੀਂ ਵੀ ਪੀਂਦੇ, ਠੀਕ ਹੈ, ਤੇ ਬੈਠੇ ਉਹਨੂੰ ਦੇ ਦੇ, ਉਹਨਾਂ ਚੋਂ ਅਕਸਰ ਕਬੂਤਰ ਖਰਾਬ ਹੋ ਜਾਂਦੇ, ਕਿਉਂਕਿ ਪੂਰਾ ਵਾਲੇ ਅੰਦਰੋਂ ਫਿੱਟ ਨਹੀਂ ਹੋਇਆ ਹੁੰਦਾ। ਇਹ ਤੁਸੀਂ ਅੱਜ ਬੜੀ, ਮੇਰੇ ਖਿਆਲ ਚ ਬੜੀ ਐਸੀ ਮਾਲੂਮਾਤੀ ਗੱਲ ਦੱਸੀ ਹੈ ਲੋਕਾਂ ਨੂੰ, ਹਾਂਜੀ। ਜਿਹੜੀ ਬੜੀ ਕੰਮ ਹੈ, ਕਿਉਂਕਿ ਮੈਂ ਦੇਖਿਆ ਅਕਸਰ ਲੋਕਾਂ ਕੋਲ ਕਬੂਤਰ ਬੜੇ ਅੱਛਾ ਹੁੰਦਾ, ਪਰ ਉਹ ਕਬੂਤਰ ਖਰਾਬ ਕਰ ਪੈਂਦੇ ਨੇ। ਹਾਂਜੀ, ਇੱਕ ਤਾਂ ਤੁਸੀਂ ਦੱਸਿਆ ਕਿ ਕਾਹਲੀ ਨਹੀਂ ਕਰਨੀ ਚਾਹੀਦੀ ਇਹਦੇ ਚ। ਯਾਰ ਸ਼ਾਹ ਜੀ ਤੁਸੀਂ ਦੇਖੋ, ਇੱਕ ਕਬੂਤਰ ਤੁਹਾਨੂੰ ਇੱਕ ਪੂਰੇ ਮਹੀਨੇ ਤੋਂ ਫੜਕਾਂ ਸ਼ਾਮ ਦੇ ਦਿੱਤੀ ਆ ਰਿਹਾ, ਕਿਹੜਾ ਐਸਾ ਮਸਲਾ ਹੋ ਗਿਆ ਤੁਸੀਂ ਬਾਜ਼ੀ 'ਚ ਖਰਾਬ ਕਰ ਬੈਠੇ? ਕਿਉਂਕਿ ਅਸੀਂ ਲੋਕ ਪ੍ਰੈਸ਼ਰ ਲੈ ਲੈਂਦੇ ਆ, ਬਾਜ਼ੀ ਦਾ ਵੀ ਪ੍ਰੈਸ਼ਰ ਲੈ ਕੇ ਸਾਰਾ ਸਿਸਟਮ, ਤੇ ਉਸ ਵਜ੍ਹਾ ਤੋਂ ਵੀ ਅਸੀਂ ਕਬੂਤਰ ਖਰਾਬ ਕਰ ਲੈਂਦੇ ਆ। ਬਿਲਕੁਲ। अच्छा उस्ताद जी, पहले तो एक ना वो फिर रह जानी है बीच गल, बहुत सारे लोग थानू मुबारकबाद दे रहे हैं सालगिरह की, और दूसरा बहुत सारे लोग थानू सलाम कह रहे हैं, थोड़े बहुत प्यार पाई दिखने वाले ने, जमशेद साहब ने, इस सरदार अली फिजान साहब ने, हसन उस्मान, मलक जमशेद खोकर, हाँ जी, लव यू। ते बहुत सारे लोग, हूं मैं ना लेना शुरू करूं तो काफी लंबी लिस्ट हो जानी है, ते तमाम दोस्तों जिन्होंने सलाम किया है, वालेकुम सलाम। सर गुफ्तगू है और इसी कि तुसी जी हुणी दसी है कि अच्छा जेठ च इस तो इलावा कबूतर सामने की और ख्याल रखना चाहिए? कबूतर सामने शाह जी सब तो यही ख्याल ना, कि तो कबूतर तुहाडा तुसी कच्चा कबूतर है ना, जड़ा कई दफा कबूतर जेठ वाले लोग लेट पटते ने, पूरा खराके नहीं लगा हुंदा, कच्चे कबूतर बाजियां च पै जांदे ने, ये भी खराब हो जांदे ने। कबूतर तैयार होया होवे बाजी च पाना चाहिए, भावें तुसीं विसाख वाला पा। अच्छा उस्ताद, मैं उस्ताद जी अज एक गल पूछना है, क्योंकि मेरा बड़ा मेरे दिल च बात में बड़ा मन होता है, परवाज उड़ती है ना, फर्ज जेठ की पहली परवाज ही ला लेते हैं, लोगों ने बड़ी बड़ी बाजियां लाइया होंगी, ठीक है। हुण मैं कर रहा है, पता चलिया कि जी सुबह कबूतर 8 बजे बह गया, 10 बजे बह गया, एक नहीं कई छतां दे, ते मैं उस वक्त पहला मेरे दिन च सवाल आता है कि यार 50-50 करने नाल बाजी है, इन्होंने पता नहीं इन्हें किन्ना सोच के सैके पाई है, तो कबूतर सुबह ही 8 बजे पहला कबूतर बैठे हुए, ਉਹ ਜਿਹੜਾ ਦਾਣਾ ਪਾਣੀ ਕਰਦੇ ਨੇ ਉਹਦੇ 'ਚ ਪ੍ਰੋਬਲਮ ਆਈ। हाँ ਠੀਕ ਹੈ, ਕਬੂਤਰ ਨੂੰ ਵੇਖੋ ਸ਼ਾਹ ਜੀ, ਕੋਈ ਵੀ ਉਸਤਾਦ ਹੈ ਨਾ, ਜਿੰਨਾ ਚਿਰ ਕਬੂਤਰ ਦੀ ਤਬੀਅਤ ਨਹੀਂ ਨਾ ਸਮਝਦਾ, ਯਾਨੀ ਕਿ ਕਬੂਤਰ ਮਾਲਕ ਨਾਲ ਗੱਲ ਨਹੀਂ ਨਾ ਕਰ ਰਿਹਾ ਹੈ, ਉਹਨੂੰ ਤੁਸੀਂ ਕੁਝ ਦੇ ਨਹੀਂ ਸਕਦੇ। ਦੇਖੋ 7 ਕਬੂਤਰ ਨੇ, 7 ਕਬੂਤਰਾਂ ਨੂੰ ਤੁਸੀਂ ਇੱਕ ਦਾਣੇ ਪਾਣੀ ਤੇ ਛੱਡਿਆ, 4 ਰਾਤ ਨੂੰ ਬੈਠੇ ਨੇ, 3 ਸਵੇਰ ਬਹਿ ਗਏ ਨੇ, ਉਹਨਾਂ ਦਾਣਾ ਨਹੀਂ, ਮਤਲਬ ਉਹ ਨੁਕਸਾਨ ਨਹੀਂ ਚੁੱਕਿਆ, ਦਾਣਾ ਪਾਣੀ ਨਹੀਂ ਚੁੱਕਿਆ, ਕਿਉਂਕਿ ਉਹਨਾਂ ਨੂੰ ਉਹ ਚੀਜ਼ ਨਹੀਂ ਚਾਹੀਦੀ। ਤੁਸੀਂ ਹੱਥ ਚੇਂਜ ਕਰਕੇ ਉਹ ਕਬੂਤਰ ਨੂੰ ਛੱਡੋ। ਬਾਅਦ ਦਫਾ ਇੰਝ ਹੁੰਦਾ ਹੈ, ਕਬੂਤਰ ਅੱਜ ਨਹੀਂ ਨਾ ਉੱਡੇ, ਤੇ ਉਸਤਾਦ ਕਹਿੰਦੇ ਅੱਛਾ ਤੇਰੇ ਨਾਲ ਮੈਂ ਸਵੇਰੇ ਤੇਰਾ ਲਾ, ਉਹਨੂੰ ਡਬਲ ਡੋਜ਼ ਕਰ ਦਿੰਦੇ ਨੇ, ਉੱਤੋਂ ਚੜ ਜਾਂਦਾ, ਨਹੀਂ ਆਉਂਦਾ, ਕਿਉਂਕਿ ਉਹਦੀ ਤਬੀਅਤ ਉਹ ਦਾਣਾ ਪਾਣੀ ਨਹੀਂ ਮੰਨ ਰਹੀ। ਕਬੂਤਰ ਨੂੰ ਤੁਸੀਂ ਇੰਝ ਖੁੱਡੇ 'ਚ ਬੈਠਾ ਹੈ ਨਾ, ਕੁਛ ਸ਼ਕਲਾਂ ਦੱਸ ਦਿੰਦੀਆਂ ਕਬੂਤਰਾਂ ਦੀਆਂ, ਇਹਨੂੰ ਕੀ ਚਾਹੀਦਾ, ਇਹਨੂੰ ਕੀ ਚਾਹੀਦਾ, ਕਿਉਂਕਿ ਬੰਦੇ ਦਾ ਤਜਰਬਾ ਹੋ ਜਾਂਦਾ, ਠੀਕ ਹੈ। ਜਿਹੜੇ ਕਬੂਤਰ ਨੂੰ ਨਹੀਂ ਸਮਝਣਾ, ਕਬੂਤਰ ਨਹੀਂ ਉਡਾ ਨਹੀਂ ਜੀ, ਮੈਂ ਤੁਸੀਂ ਸਮਝਦਾ ਨਾ, ਪੂਰੀਆਂ ਕਿਤਾਬਾਂ, ਹਿਕਮਤ ਦੀ ਕਿਤਾਬ ਲਿਆ ਕੇ ਮੈਨੂੰ ਦੇ ਦਿਓ, ਉਹਦੇ 'ਚ ਪੂਰੀ ਦੁਨੀਆ ਦੇ ਉਸਤਾਦਾਂ ਦੇ ਨੁਕਸੇ ਮੈਨੂੰ ਦੇ ਦਿਓ, ਉਹ ਕਿਸੇ ਕੰਮ ਦੇ ਨਹੀਂ। ਜੇ ਮੈਂ ਕਬੂਤਰ ਦੀ ਤਬੀਅਤ ਨਹੀਂ ਨਾ ਸਮਝਦਾ, ਮੇਰੇ ਵਾਸਤੇ ਸਾਰੀਆਂ ਚੀਜ਼ਾਂ ਬੇਕਾਰ ਨੇ, ਠੀਕ ਹੈ। ਕਬੂਤਰ ਬੰਦੇ ਕਹਿੰਦੇ ਨੇ ਕਿ ਇੰਝ ਗੱਲ ਕਰਦਾ, ਜਿਹਨੂੰ ਡਾਣ ਵਾਲਿਆਂ ਨੂੰ ਪਤਾ ਵੀ ਇਹਨੂੰ ਚਾਹੀਦਾ ਕੀ ਹੈ, ਤੇ ਕਿੰਨੇ ਵੀ ਇਹਨੂੰ ਕਿਹੜੀ ਸ਼ੈ ਚਾਹੀਦੀ। ਜਿਹਨੇ ਕਬੂਤਰ ਦੀ ਤਬੀਅਤ ਨਹੀਂ ਸਮਝਣੀ, ਉਹ ਕਬੂਤਰ ਨਹੀਂ ਉਡਾ ਸਕਦਾ, ਨਹੀਂ ਉਡਾ ਸਕਦਾ। ਹੁਣ ਉਹਦੇ ਤੋਂ ਰਿਜ਼ਲਟ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਕਈ ਕਬੂਤਰ ਹੁੰਦੇ ਨੇ ਰੈਸ਼ ਲੈ ਕੇ ਉੱਡ ਜਾਂਦੇ ਨੇ, ਠੀਕ ਹੈ। ਕਈ ਕਬੂਤਰ ਰੈਸ਼ ਨਾਲ ਖਰਾਬ ਹੋ ਜਾਂਦੇ ਨੇ, ਨਹੀਂ ਉੱਡਦੇ। ਮੈਨੂੰ ਆਦਤ ਹੈ ਨਾ ਰੈਸ਼ ਦੇ ਕੇ ਡਾਣ ਦੀ, ਮੈਂ ਸਾਫ਼ ਕਰਕੇ ਕਬੂਤਰ ਡਾਣਾ ਹੀ ਨਹੀਂ, ਉਹ ਚਾਹੇ ਮੇਰੇ ਸਾਰੇ ਮਰ ਜਾਣ। ਅੱਛਾ, ਕਬੂਤਰ ਨਹੀਂ ਨਾ ਚੁੱਕਣ ਡਿਆ, ਮੈਨੂੰ ਸਮਝ ਆਣਾ ਚਾਹੀਦਾ ਕਿ ਇਹਨੂੰ ਤਬੀਅਤ ਨਹੀਂ ਆਉਂਦੀ ਮਰ। ਅੱਛਾ, ਤੁਹਾਡੇ ਖਿਆਲ 'ਚ ਦੋਨਾਂ 'ਚੋਂ ਕਿਹੜਾ ਫਾਰਮੂਲਾ ਜ਼ਿਆਦਾ ਕਾਮਯਾਬ? ਲਾਹੌਰ 'ਚ ਕਹਿੰਦੇ ਨੇ ਕਿ ਰੈਸ਼ ਦੇ ਕੇ ਕਬੂਤਰ ਨਹੀਂ ਉੱਡਦਾ, ਯਾਨੀ ਇੱਕ ਮੈਂ ਵੈਸੇ ਹੁਣ ਲਾਹੌਰ ਦਾ ਨਾਂ ਨਹੀਂ ਲੈਣਾ, ਜਿਹੜੀ ਮੈਂ ਫਾਰਿਗ ਸਿਕਰੀਅਰ ਦੀ ਜਿਹੜੀ ਇੱਥੇ ਇੱਕ ਜ਼ੇਨ ਹੈ ਕਿ ਜੀ ਰੈਸ਼ ਜਿਹਦੇ 'ਚ ਪੋਰਟ 'ਚ ਦਾਣਾ ਵਗੈਰਾ ਰਹਿ ਗਿਆ, ਉਹਨੇ ਸ਼ਾਹ ਜੀ ਕੋਸ਼ਿਸ਼ ਨਹੀਂ ਕਰਦੇ। ਅੱਛਾ, ਕਿਉਂਕਿ ਅੱਜ ਅਸੀਂ ਕਬੂਤਰਾਂ ਨੂੰ ਰੈਸ਼ ਦਿੱਤੀ ਨਾ, ਕਿਉਂਕਿ ਇਹ ਵੀ ਲਾਣੇ ਪੈਂਦੇ ਨੇ, ਤੇ ਖਰਾਬ ਹੋ ਗਏ ਅਗਲੇ ਦਿਨ ਅਸੀਂ ਦੇਣੇ ਨਹੀਂ ਭੈਣ ਨੂੰ, ਜੇ ਮਾਰਨੇ ਨੇ ਸਾਰੇ ਲੋਕ। ਅੱਛਾ,
ਮੈਨੂੰ ਹੁਣ ਇੱਕ ਜ਼ੇਨ 'ਚ ਮੇਰੇ ਗੱਲ ਖਟਕ ਗਈ, ਉਧਰ ਵੀ ਬੜੀ ਖਟਕ ਸੀਗੀ ਕਿ ਸ਼ੇਖ ਅਤਰ ਸਾਹਿਬ ਨੇ ਕਿਹਾ ਕਿ ਜੀ ਇਹ ਪ੍ਰੋਬਲਮ ਹੈ ਟੈਕਨੀਕ ਦੀ। ਟੈਕਨੀਕ ਦੀ ਬਿਲਕੁਲ ਸਹੀ ਕਿਹਾ ਉਹਨੂੰ, ਟੈਕਨੀਕੀ ਪ੍ਰੋਬਲਮ। ਅਸੀਂ ਲਾਂਦੇ ਨਹੀਂ ਤੇ ਇਸ ਲਈ ਲਾਂਦੇ ਨਹੀਂ, ਲਾਂਦੇ। ਨਹੀਂ, ਉਹ ਬਲਕਿ ਇਹ ਕਹਿ ਦਿੰਦੇ ਆ ਕਿ ਅੰਗੂਰ ਖੱਟੇ ਆ, ਅਜਾ ਇਸ ਪਾਸੇ ਚਲੇ ਜਾਂਦੇ ਆ। ਤੇ ਕਹਿਣ ਦਾ ਮਕਸਦ ਹੈ ਕਿ ਇਹ ਦੋਨੋਂ ਹੀ ਤਰੀਕੇ ਨਾਲ ਕਬੂਤਰ ਉੜ ਜਾਂਦੇ ਨੇ ਅਗਰ ਕੋਈ ਉਡਾਣ ਵਾਲਾ ਹੋਵੇ। ਹਾਲਾਂਕਿ ਰੈਸ਼ ਦੇ ਨਾਲ ਕਬੂਤਰ ਪਰਵਾਜ਼ਾਂ ਰਿਪੀਟ ਕਰਦੇ ਨੇ। ਅੱਛਾ, ਠੀਕ ਹੈ, ਖਾਲੀ ਕਬੂਤਰ ਬਹਿ ਵੀ ਜਾਂਦੇ ਨੇ। ਠੀਕ ਹੈ, ਅੱਛਾ, ਲੇਕਿਨ ਕਈ ਉਹ ਫਿਰ ਗੱਲ ਉੱਥੇ ਆ ਗਈ, ਕਈ ਕਬੂਤਰ ਰੈਸ਼ ਵਾਲੇ ਹੁੰਦੇ ਨੇ, ਕਈ ਨਹੀਂ ਹੁੰਦੇ। ਇਹ ਹੁਣ ਤੁਹਾਨੂੰ ਸਮਝਣਾ ਪੈਣਾ, ਇਹ ਸਮਝਣਾ ਪੈਣਾ। ਜਿਹੜਾ ਛੱਤ ਤੇ ਬੰਦਾ ਕਬੂਤਰ ਡਾ ਰਿਹਾ ਉਹਨੂੰ ਹਰ ਚੀਜ਼ ਦਾ ਪਤਾ। ਇਹ ਜਿਹੜਾ ਅਸੀਂ ਇੰਪੋਰਟ ਕਰ ਲੈਂਦੇ ਆ ਕਿ ਆਦੇ ਯਾਰ ਆਗੇ ਬਾਜ਼ੀ ਉਡਾ ਦੇ ਸਾਡੀ, ਨਹੀਂ ਨਹੀਂ, ਨਾ ਮੈਂ ਗੱਲ ਕਰ ਰਿਹਾ ਇੱਕ ਉਹ ਨਾ ਜਿਸ ਉਸਤਾਦ ਨੇ ਵੀ ਕਬੂਤਰ ਡਾਣੇ ਨੇ ਨਾ ਸ਼ਾਗਿਰਦਾਂ ਦੇ ਜਾਂ ਕਿਸੇ ਯਾਰ ਦੋਸਤ ਦੇ, ਉਹਨੂੰ ਪ੍ਰੋਪਰ ਕੋਈ ਮਹੀਨੇ ਤੋਂ ਉਹ ਸਾਂਭ ਵੀ ਉਹ ਦੱਸੋ ਯਾਰ ਤੁਸੀਂ ਇਸ ਤਰ੍ਹਾਂ ਕਬੂਤਰਾਂ ਨੂੰ ਇਹ ਖੁਰਾਕ ਦੇਣੀ ਹੈ। ਕਿਉਂਕਿ ਮੇਰਾ ਦਾਣਾ ਪਾਣੀ ਨਾ ਮੈਨੂੰ ਪਤਾ, ਮੇਰਾ ਦਾਣੇ ਪਾਣੀ ਚ ਕਬੂਤਰਾਂ ਨੂੰ ਖੁਰਾਕ ਕਿਹੜੀ ਚਾਹੀਦੀ, ਮੈਂ ਉਹ ਦਵਾਣੀ ਤੋਂ ਦਾਣਾ ਪਾਣੀ ਨਾਲ ਚੁੱਕ ਲੈਣਾ। ਮੈਂ ਕਬੂਤਰਾਂ ਦੀ ਸਾਂਭ ਕੀਤੀ ਤੁਹਾਡੇ ਮੁਤਾਬਕ, ਦਵਾਈ ਮੈਂ ਦੇਤੀ ਆਪਣੀ, ਤੇ ਉੱਥੇ ਵੀ ਕਬੂਤਰ ਖਰਾਬ ਹੋਈ, ਉੱਥੇ ਵੀ ਕਬੂਤਰ ਉੱਥੇ ਵੀ ਖਰਾਬ। ਅੱਛਾ ਉਸਤਾਦ ਜੀ, ਗੱਲ ਬਤਾਉਂ ਕੀ ਹੈ ਅੱਜ ਦੇ ਇਸ ਦੌਰ 'ਚ ਜਿਸ ਜਗ੍ਹਾ ਤੇ ਅਸੀਂ ਆ ਗਏ ਆ, ਤੇ ਬਸ 2-4 ਮਿੰਟ ਹੀ ਤੁਹਾਡੇ ਹੋਰ ਲਾਂਗੇ, ਤੋਂ ਜ਼ਿਆਦਾ ਨਹੀਂ ਲਾਂਗੇ, ਕਿ ਅੱਜ ਕੱਲ ਅਨਪ੍ਰੈਡਿਕਟੇਬਲ ਮੌਸਮ ਹੋ ਗਏ ਨੇ। ਹਾਂਜੀ, ਇੱਕਦਮ ਮੌਸਮ ਨਰਮ ਹੋ ਜਾਂਦਾ ਹੈ ਤੇ ਇੱਕਦਮ ਹੀ ਸਖਤ ਹੋ ਜਾਂਦਾ ਹੈ। ਹਾਂਜੀ, ਤੇ ਇਹਦੇ ਵਿੱਚ ਸ਼ਾਹ ਜੀ ਕਬੂਤਰ ਤੁਹਾਡੇ ਨੇੜੇ ਦੇ ਲੱਗੇ ਹੋਣ ਨਾ, ਕੋਈ ਪ੍ਰੋਬਲਮ ਨਹੀਂ। ਗਰਮ ਹੋ ਜਾਏਗਾ ਕਬੂਤਰ, ਜ਼ਰਾ ਜਲਦੀ ਬਹਿ ਜਾਏਗਾ। ਜੇ ਨਰਮ ਹੋ ਗਿਆ ਤਾਂ ਜਿੱਥੇ ਰਾਤ ਪੈਣੀ ਕਬੂਤਰ ਬਹਿ ਜਾਂਦੇ ਨੇ। ਮੇਰੇ ਕੋਲ ਇੱਕ ਸੈੱਟ ਸੀ, ਉਹਦੇ ਨਾਲ ਮੈਂ ਅੱਸੂ ਵੀ ਡਾਇਆ, ਅੱਛਾ, ਉਹਨਾਂ ਨਾਲ ਵਿਸਾਖ ਵੀ ਡਾਇਆ, ਉਹਨਾਂ ਕਬੂਤਰਾਂ ਨਾਲ ਜੇਠ ਵੀ ਡਾਇਆ। ਅੱਛਾ, ਠੀਕ ਹੈ, ਅੱਸੂ ਦਾ ਵਿਸਾਖ ਦਾ ਜੇਠ ਦਾ ਮੌਸਮਾਂ 'ਚ ਫਰਕ ਹੈ ਨਾ। ਕਬੂਤਰ ਜਦੋਂ ਹਨੇਰਾ ਹੁੰਦਾ ਸੀ ਬਹਿ ਜਾਂਦੇ, ਅੱਛਾ, ਕਿਉਂਕਿ ਟ੍ਰੇਨਿੰਗ ਉਹਨਾਂ ਦੀ ਇੰਝ ਦੀ ਹੋਈ ਸੀ। ਉਸਤਾਦ ਜੀ ਫਿਰ ਮੈਨੂੰ ਸਵਾਲ ਪੁੱਛਣ ਦਿਓ। ਹਾਂਜੀ ਪੁੱਛੋ। ਇੱਕ ਪਾਸੇ ਉਸਤਾਦ ਕਹਿੰਦੇ ਨੇ ਕਿ ਜੀ ਜੇਠ ਵਾਲੇ ਕਬੂਤਰ ਅਲੱਗਾ ਹੁੰਦੇ ਨੇ, ਇੱਕ ਪਾਸੇ ਮੈਂ ਸੁਣਦਾ ਹੈ ਕਿ ਜੀ ਇਹ ਕਬੂਤਰ ਸਾਡਾ 4ਵੀਂ ਸੀਜ਼ਨ ਉੜਦਾ ਚਲਾ ਆ ਰਿਹਾ, ਇੱਕ ਚਲੇ ਆ ਰਿਹਾ, 2 ਚਲੇ ਆ ਰਹੇ ਨੇ, ਇਹਦੇ 'ਚ ਕੀ ਡਿਫਰੈਂਸ ਹੈ, ਕੀ ਫਰਕ ਹੈ, ਜਦ ਸਾਡੇ ਸਮਝਣ 'ਚ ਫਰਕ ਹੈ? ਮੈਂ ਆਪਣਾ ਤਜਰਬਾ ਸ਼ੇਅਰ ਕਰਨਾ, ਠੀਕ ਹੈ। ਅਸੀਂ ਕਬੂਤਰ ਜੇਠ ਵਾਲੇ ਬਾਅਦ ਵਿੱਚ ਪੱਟਣ ਦਾ ਮਕਸਦ ਸਾਡਾ ਇਹ ਹੁੰਦਾ ਹੈ ਕਿਉਂਕਿ ਚੇਤਰ ਦੇ ਵਿੱਚ ਨਾ ਲਗੜ ਬੜਾ ਪੈਂਦਾ। ਸਾਡਾ ਜਿਹਨ ਹੁੰਦਾ ਉਸ ਮੌਸਮ ਲਗੜ ਵਾਲਾ ਮੌਸਮ ਨਿਕਲ ਜਾਏ, ਸਾਡੇ ਉਹ ਚੰਗੇ ਕਬੂਤਰ ਬਚ ਗਿਆ। ਠੀਕ ਹੈ, ਚੇਤਰ ਦੇ ਵਿੱਚੋਂ ਤਾਂ ਉਹਨਾਂ ਕਬੂਤਰਾਂ ਨਿਕਲ ਪਿਛਲੇ ਅਸੀਂ ਚੇਤਰ ਦਾ ਪਹਿਲਾ ਤਵਾਰ ਡਾਇਆ, ਸਾਡੀ ਜੇਠ ਵਾਲੀ ਮਾਦੀ ਨੂੰ ਚੇਤਰ ਜੇ ਪਈ ਦੇ ਸਾਹਮਣੇ ਲਗੜ ਚੁੱਕੇ ਲੈ ਗਏ। ਠੀਕ ਹੈ, ਇਸ ਵਜ੍ਹਾ ਤੋਂ ਕਬੂਤਰ ਲੇਟ ਪੱਟੀ ਦੇ ਨੇ, ਲੇਟ ਸਰੀ ਹੋਣਗੇ, ਅਸੀਂ ਉਹਨਾਂ ਪਿਆਰਿਆਂ 'ਚ ਪਾਵਾਂਗੇ ਨਾ, ਫੜਕਾਂ ਖਾ ਕੇ ਅੱਗੇ ਬਾਜ਼ੀਆਂ 'ਚ ਆ ਜਾਣ। ਮੈਂ ਤਾਂ ਐਸ ਨਜ਼ਰੀਏ ਨਾਲ ਪੱਟਨੇ, ਇਹ ਨਹੀਂ ਕਿ ਇਹ ਚੰਗਾ ਹੈ, ਇਹ ਗੰਦਾ ਹੈ ਤੇ ਇੰਜ ਨਹੀਂ ਕਿ ਜੀ ਐਸੂ ਵਾਲਾ ਹੈ ਜਾਂ ਵਿਸਾਖ ਵਾਲਾ ਹੈ ਜਾਂ ਜੇਠ ਵਾਲਾ। ਜਿਹੜਾ ਕਬੂਤਰ ਤੁਹਾਡਾ ਨੇੜੇ ਦਾ ਲੱਗਾ ਨਾ, ਤੁਸੀਂ ਉਹਦੇ ਕੋਲ ਸਾਰੇ ਮੌਸਮ ਡਾ ਸਕਦੇ, ਸਾਰੇ ਮੌਸਮ ਲੈ ਸਕਦੇ। ਸਾਰੇ ਅੱਸੂ 'ਚ ਵੀ ਸ਼ਾਹ ਜੀ ਚੰਗੇ ਹੀ ਉੱਡਦੇ ਨੇ, ਗੰਦੇ ਕੋਈ ਨਹੀਂ। ਜਿਹੜੇ ਕਬੂਤਰ ਨੇ ਪਰਵਾਜ਼ਾਂ ਰਿਪੀਟ ਕਰਨੀਆਂ ਨੇ ਉਹ ਚੰਗੇ ਹੀ ਕਰਦੇ ਨੇ, ਗੰਦੇ ਨਹੀਂ ਇੰਨੀਆਂ ਪਰਵਾਜ਼ਾਂ ਰਿਪੀਟ ਕਰਦੇ। ਅੱਛਾ, ਇਹ ਪਿਆਰੇ ਉਡਾਣਾ ਮੁਸ਼ਕਿਲ ਕੰਮ ਹੈ ਕਿ ਡੱਕਦਾਰ ਦੀ ਬਾਜ਼ੀ ਉਡਾਣਾ ਮੁਸ਼ਕਿਲ ਕੰਮ? ਬਾਜ਼ੀ ਉਡਾਉਣਾ ਮੁਸ਼ਕਿਲ ਕੰਮ, ਪਿਆਰੇ ਮੁਸ਼ਕਿਲ ਕੰਮ ਨਹੀਂ। ਤੇ ਬਾਅਦ ਉਹ ਕਹਿੰਦੇ ਕਿ ਜੀ ਪਿਆਰੇ 'ਚ ਕਬੂਤਰ ਨੂੰ ਲੈ ਕੇ ਆਣਾ ਅੱਜ ਬਾਜ਼ੀ 'ਚ ਤੁਸੀਂ 75 ਘੰਟੇ ਮਾਰੇ ਨੇ, ਅੱਗੋਂ ਸਾਂਭੋਗੇ ਤੇ 75 ਮਾਰੋਗੇ, ਨਹੀਂ ਤੇ 55 ਹੀ ਵੱਜਣਗੇ। ਠੀਕ ਹੈ, ਪਿਆਰਾ 8 ਜੁਮੇ ਦੀ ਫੜਕ ਤੁਸੀਂ ਬੰਨ ਕੇ ਮਾਰ ਲੈਣੀ, 8 ਦਿਨਾਂ ਬਾਅਦ ਕਬੂਤਰ ਆਉਣਾ, ਦਵਾਈ ਤੁੰਨ ਕੇ ਡਾਈ ਕਬੂਤਰਾਂ ਸ਼ਾਮ ਨੂੰ ਬਹਿਣ, ਅੱਗੋਂ ਫਿਰ 8 ਦਿਨ ਰੈਸਟ, 2 ਨਾਗੇ ਆ ਜਾਣੇ, ਬਹੁਤ ਦੀ ਫੜਕ ਲੈਣੀ, ਇਹ ਜੁਮੇ ਨੂੰ ਵੱਜੇ ਉੱਡਣੇ ਨੇ। ਪੂਰੇ ਹਫ਼ਤੇ 'ਚ ਉਹਨਾਂ ਡਰ ਖੜੀ ਆ, ਕੋਈ ਵੀ ਨਹੀਂ ਆਉਂਦਾ, ਕੋਈ ਨਹੀਂ, ਰੈਸਟਾਂ ਆਉਂਦੀਆਂ। ਇਹ ਬਾਜ਼ੀਆਂ 'ਚ ਕਬੂਤਰ ਅੱਜ 7 ਵੀ ਬੈਠਾ ਹੈ, ਅਗਲੀ ਬਾਜ਼ੀ 11 ਵੀ ਬਹਿ ਗਿਆ, ਉਸ ਤੋਂ ਅਗਲੀ ਬਾਜ਼ੀ 2 ਵੀ ਬਹਿ ਗਿਆ, ਰੈਸਟ 'ਚ ਆ ਗਿਆ ਤਾਂ ਫਿਰ ਇੱਕ ਬਾਜ਼ੀ ਫਿਰ ਹਿੱਟ ਮਾਰ ਦੇਗਾ, ਕਿਉਂਕਿ ਪੂਰਾ ਭਰ ਜਾਂਦਾ। ਕਬੂਤਰ ਨੂੰ ਪੂਰਾ ਕਰਨਾ, ਵਜ਼ਨ ਪੂਰਾ ਕਰਨਾ, ਥੱਕ ਖਤਮ ਕਰਨੀ ਜੇਠ ਦੇ ਵਿੱਚ, ਇਹ ਤਾਂ ਟੈਕਨੀਕ ਦਾ ਕੰਮ ਹੈ ਨਾ। ਇਹ ਹੁਣ ਕੀਤੀਆਂ ਨੇ ਨਾ, ਅਗਰ ਪੂਰਾ ਹੀ ਨਹੀਂ ਹੋਇਆ ਤਾਂ ਕਿਵੇਂ ਲੰਮਾ ਉੱਡ ਜਾਏਗਾ ਕਬੂਤਰ ਦਾ? ਜਦ ਤੱਕ ਅਸੀਂ ਵਜ਼ਨ ਨਹੀਂ ਪੂਰਾ ਕਰਾਂਗੇ ਨਾ, ਗੱਲ ਤੇ ਹੁਣ ਦਿਲੋਂ ਅੰਦਰੋਂ ਨਿਕਲੀ ਹੈ ਨਾ। ਤੇ ਕੀ ਕਹਿਣ ਦਾ ਮਕਸਦ ਹੈ, ਜਦ ਤੱਕ ਕਬੂਤਰ ਨੂੰ ਤੁਸੀਂ ਬਹਾਲ ਨਹੀਂ ਕਰੋਗੇ ਉਹਦੀ ਤਾਕਤ 'ਚ ਨਹੀਂ ਕਰੋਗੇ, ਉਹ ਕਬੂਤਰ ਨੂੰ ਤਾਕਤ 'ਚ ਬਹਾਲ ਕਰਨ ਲਈ ਕੋਈ ਛੋਟੀ ਜਿਹੀ ਟਿਪ ਦੇ ਦੇ। ਸ਼ਾਹ ਜੀ ਪਤਾ ਕੀ, ਕਬੂਤਰਬਾਜ਼ੀ ਨਾਲ ਜਿਹੜੀ ਪ੍ਰਾਪਰ ਕਰਨੀ, ਹਾਂ ਠੀਕ ਹੈ, ਪੂਰਾ ਕਬੂਤਰ ਨੂੰ ਸਾਂਭਣਾ ਜਾਂ ਇਹ ਬੜੀਆਂ ਚੀਜ਼ਾਂ ਨੇ, ਇਹਨੂੰ ਜਾਨੀ ਬਹਿ ਕੇ ਸਿੱਖਣਾ ਪੈਂਦਾ। ਜਾਨੀ ਬਹਿ ਕੇ ਨਹੀਂ, ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਬੰਦੇ ਅਫੋਰਡ ਹੀ ਨਹੀਂ ਕਰ ਸਕਦੇ। ਅੱਛਾ, ਠੀਕ ਹੈ,
ਹਰ ਤੁਸੀਂ ਕਹੋ ਨਾ ਕਬੂਤਰਾਂ ਦੀਆਂ ਪਰਵਾਜ਼ਾਂ ਰਿਪੀਟ ਕਰਨੀਆਂ ਨੇ, ਹੂੰ ਠੀਕ ਹੈ, ਉਹਦੇ ਵਿੱਚ ਸ਼ਾਹ ਜੀ ਕੋਈ ਚੀਜ਼ਾਂ ਇੰਨੀਆਂ ਮਹਿੰਗੀਆਂ ਇੰਨੀਆਂ ਨੇ ਕਿ ਬੰਦੇ ਗੁਜ਼ਾਰਾ ਕਰਦੇ ਨੇ, ਟਾਈਮ ਪੂਰਾ ਕਰਦੇ ਨੇ, ਕਬੂਤਰ ਸਾਂਭਦੇ ਨੇ ਹਰ ਬੰਦੇ ਦੇ, ਅੱਛਾ ਲੇਕਿਨ ਉਹਦੇ ਤੇ ਖਰਚਾ ਹੁੰਦਾ ਸਹੀ ਬਿਲਕੁਲ ਸਹੀ ਉਸਤਾਦ ਜੀ ਵੀ ਬੰਦੇ ਜਿਹੜੇ ਇਹ ਕਬੂਤਰ ਮਜੂਨਾ ਬਣਾਉਂਦੇ ਨੇ ਡਾਨ ਵਾਲੀਆਂ, ਕਸਤੂਰੀ ਪਾ ਲਈ, ਅੰਬਰ ਪਾ ਲਈ, ਜ਼ਾਫਰਾਨ ਪਾ ਲਈ, ਜਾਂ ਵਿੱਚ ਦਵਾਈਆਂ ਰਲਾ ਲਈਆਂ, ਯਾਰ ਇਹ ਤਾਂ ਇਹ ਨਾ ਵੀ ਹੋਵੇ ਨਾ, ਦੂਸਰੀਆਂ ਚੀਜ਼ਾਂ ਹੁਣ ਜਿਹੜਾ ਤੁਸੀਂ ਕਬੂਤਰ ਨੂੰ ਪੂਰਾ ਕਰਨਾ ਹੈ, ਜੋ ਉਹ ਕਬੂਤਰ ਪੂਰਾ ਕਰੋਗੇ ਤੇ ਆਪੇ ਉੱਡ ਜਾਣਗੇ। ਤੁਸੀਂ ਰੋਜ਼ ਫੜਕਾਂ ਲੈ ਰਹੇ ਹੋ, ਫੜਕਾਂ ਦੇ ਵਿੱਚ ਕੀ ਰੋਜ਼ ਨੁਕਸਾ ਲਾ ਕੇ ਡਾਂਦੇ ਹੋ? ਸ਼ਾਮ ਨੂੰ ਜੀ ਫੜਕਾਂ ਕਬੂਤਰ ਸ਼ਾਮ ਦੇ ਰਹੇ ਨੇ, ਹੂੰ ਨੁਕਸਾ ਤਾਂ ਨਹੀਂ ਨਾ ਲੱਗਾ, ਨਾ 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 ਰੋਤ ਠੀਕ ਤਾਂ ਨਹੀਂ ਹੈ, ਲੱਗਦਾ ਉਹ ਤਾਂ ਕਬੂਤਰ ਤੁਸੀਂ ਪੂਰਾ ਕਰ ਰਹੇ ਤੇ ਉੱਡਦਾ ਪਿਆ ਨਾ। ਹਾਂ ਪੂਰਾ ਕਬੂਤਰ ਕਰ ਰਿਹਾ ਤੇ ਚੀਜ਼ਾਂ ਇੰਨੀਆਂ ਅਸਲ 'ਚ ਨਾ ਸਾਡੀ ਕਬੂਤਰਬਾਜ਼ੀ ਵਿੱਚ ਨਾ ਰੇਸਰ ਕਬੂਤਰਾਂ ਦੀਆਂ ਦਵਾਈਆਂ ਐਡ ਹੋ ਗਈਆਂ ਨੇ, ਉਹਨੇ ਵੀ ਬੜਾ ਨਾ ਮਾਮਲਾਤ ਖਰਾਬ ਕੀਤੇ ਨੇ। ਤੇ ਰੇਸਰ ਦੀ ਵੀ ਹੈ ਤੇ ਲੋ ਫਲਾਈਟ ਦੀ ਵੀ ਐਡ ਹੋ ਗਈਆਂ ਚਲੋ ਲੋ ਫਲਾਇਰ ਦੀ ਤਾਂ ਰੇਸਰ ਕਬੂਤਰ ਹੈਗੇ ਨੇ। ਦੇਖੋ ਗੋਰੇ ਨੇ ਇੱਕ ਮੈਡੀਸਨ ਤਿਆਰ ਕੀਤੀ ਹੈ ਆਪਣੇ ਟੈਂਪਰੇਚਰ ਦੀ, ਹੂੰ ਹੂੰ ਠੀਕ ਹੈ, ਯਾਨੀ ਕਿ ਉੱਥੇ 26 ਟੈਂਪਰੇਚਰ ਹੈ ਜਾਂ 20 ਹੈ ਜਾਂ 18 ਹੈ, ਯੂਰਪ ਕੰਟਰੀਆਂ 'ਚ ਕਿਹੜੀ ਗਰਮੀ ਪੈਂਦੀ, ਉਹ ਦਵਾਈਆਂ ਅਸੀਂ 26 ਟੈਂਪਰੇਚਰ ਦੀਆਂ ਲਿਆ ਕੇ 46 47 'ਚ ਇਸਤੇਮਾਲ ਕਰਨ ਡਏ ਆ ਕਿ ਕੀ ਕਬੂਤਰ ਤੁਹਾਨੂੰ ਅੱਛਾ ਆਉਟਪੁੱਟ ਦੇਣਗੇ? ਇਹ ਤਾਂ ਵੇਖੋ ਨਾ। तो मैं फिर वो गल कहता है तो फिर वो शायद लोग बाजुका के खिलाफ राय कर देंगे कि असी एक पेड़ चाल नहीं बना लेंगे कि तुर पे पिछे ਮੈਂ ਵੇਖਿਆ ਨਾ, ਮੈਨੂੰ ਕਿਸੇ ਨੇ ਵੇਖਿਆ ਨਾ, ਇਹ ਮਤਲਬ ਆਈਡੀਅਲ ਪਿਲਸ ਦੇ ਲਿਆ ਜਾਂ ਕੋਈ या कोई डब्बी पई हुई है ਡੱਬੀ जाते ਪਈ, गए ਉਹਨਾਂ हुए ਕੋ ਨਹੀਂ ਲਿਆ ਹੋਏ, ਨਹੀਂ ਹਾਂ। ਪਤਾ ਕਿ ਭਾਵੇਂ ਉਹ 'ਚ ਬਿਮਾਰ ਕਬੂਤਰਾਂ ਨੇ ਨਾ ਰੱਖੀ हैं। रखी हुई उन्होंने डब्बी पई देखी कोई तो उन्होंने कहा तस्वीर खिंचने जा रही थी ਇਹ ਕੋਈ 2018 17 ਦੇ ਵਿੱਚ ਨਾ ਇੱਕ ਗਲੂਕੋਜ਼ ਪਲੱਸ ਵਿਟਾਮਿਨ ਆਇਆ ਸੀ, ਉਹ ਉੱਡ ਕੇ ਆਏ ਕਬੂਤਰਾਂ ਨੂੰ ਲੋਕ ਸਾਂਭਦੇ ਸਨ ਉਹਦੇ ਨਾਲ ਹੈ। ਲੋਕੀ ਨਾ ਸ਼ਾਰਟਕਟ ਲੱਭਦੇ ਨੇ। हाँ जी। ਵੇਖਿਆ ਕਬੂਤਰ ਤਿਆਰ 5 ਮਿੰਟ 'ਚ ਹੋਇਆ, ਇਹ ਚੀਜ਼ ਠੀਕ ਹੈ, ਲੇਕਿਨ ਉਹ ਆਸਤਾ 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 ਅਸੀਂ ਕਬੂਤਰ ਠੰਡਾ ਕਰਨੇ ਆ ਨਾ, ਉਹ ਠੰਡਾ ਪਤਾ ਕਦੋਂ ਜਾ ਕੇ ਹੁੰਦਾ ਹੈ? ਉਹਨੂੰ ਕੋਈ ਹਫਤਾ ਲੱਗਦਾ ਹੈ, ਹਫਤਾ ਲੱਗਦਾ ਇਹਨੂੰ ਜਦੋਂ ਠੰਡਾ ਹੁੰਦਾ ਹੈ ਕਬੂਤਰ। ਅੱਜ ਇਹ ਠੰਡੀ ਸ਼ਾਇਦ ਦਿੱਤੀ ਤਾਂ ਅਸੀਂ ਕਿਹਾ ਸਵੇਰੇ ਚੌੜਾ ਹੋਇਆ ਕਿ ਇੰਜ ਨਹੀਂ, ਉਹਦੇ ਖੂਨ 'ਚ ਜਿਸਮ 'ਚ ਰਚਦਾ ਹੈ, ਜਦੋਂ ਨਾ ਉਦੋਂ ਖਰਾਬੀ ਵਾਲੇ ਪਾਸੇ ਜਾਂਦਾ ਸੀ। 2 ਦਿਨ ਦੇ ਕੇ ਵੇਖਦੇ ਵੀ ਮਾਮਲਾ ਠੀਕ ਨੇ, ਲਓ ਜੀ ਇਹ ਨੁਕਸਾ ਵੀ ਠੀਕ ਜੇ, ਕਿਉਂਕਿ ਕਬੂਤਰ ਵੀ ਖਰਾਬ ਨਹੀਂ ਹੋਇਆ ਤੇ ਦਵਾਈ ਵੀ ਸਾਨੂੰ ਯਾਨੀ ਕਿ ਨੁਕਸਾ ਵੀ ਲੱਭ ਗਿਆ। ਲੇਕਿਨ ਉਹ ਆਸਤਾ 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 ਜਦੋਂ ਖੂਨ 'ਚ ਜਜ਼ਬ ਹੋ ਜਾਂਦਾ ਨਾ, ਉਦੋਂ ਕਬੂਤਰ ਖਰਾਬ ਹੁੰਦਾ, ਇੱਕ ਦੋ ਫੜਕਾਂ 'ਚ ਨਹੀਂ ਹੁੰਦਾ। उस्ताद जी मैं थोड़ी गल तो ना एक होर भी बल्कि मैं पूछना भी थी थानू आजकल एक नवा जी ने ट्रेंड आ गया कि 2-3 दाने पानी यानी एक भड़क उड़ा रहे हो ते यानी अपने ते एतमाद की कमी नहीं हो गई कि 2 कबूतर नू ला दियो 2 नू ला दियो जिन्नू ला दियो ਸ਼ਾਹ ਜੀ ਜਿਹੜਾ ਤੇ ਬੰਦਾ ਕਾਰੀਗਰ ਹੈ ਨਾ, हाँ ਜਿਹਨੇ ਕਬੂਤਰ ਪੂਰੇ ਤਿਆਰ ਕੀਤੇ ਨੇ, ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ, अच्छा ਠੀਕ ਹੈ, ਉਹਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਜਿਹੜਾ ਬੰਦਾ ਕਾਰੀਗਰ, ਹੁਣ ਜਿਹੜਾ ਨਵਾਂ ਬੰਦਾ ਉਹਨੇ ਟਰਾਈ ਤਾਂ ਕਰਨੀ ਨਾ, ਚੱਲ ਯਾਰ 2 ਮਹੀਨਾ ਕੋਲ ਡੁੱਫਾ 2 ਇਹਨਾਂ ਕੋਲ ਡੁਆ ਲਾ, ਚੱਲ ਯਾਰ ਕੋਈ ਤਾਂ ਹੱਥ ਟਿਕੇਗਾ ਨਾ। अच्छा ਉਹ ਆਸਤਾ ਆਸਤਾ ਜਦੋਂ ਡਾਣਗੇ ਹਰ ਬੰਦਾ ਕਾਰੀਗਰ ਹੋ ਜਾਂਦਾ। अच्छा उस्ताद जी ਕਬੂਤਰ मैं ਬੰਦੇ ਨੂੰ ਸਿਖਾਉਂਦਾ ਹੈ। ਜਾਂਦੇ ਜਾਂਦੇ ਬਸ ਹੁਣ ਇੱਕ ਅੱਧਾ ਹੀ ਸਵਾਲ ਰਹਿ ਗਿਆ ਮੇਰਾ। ਉਹ ਸਵਾਲ ਹੈ ਕਿ ਦੇਖੋ ਉਸਤਾਦ ਜੀ ਅੱਜ ਦੇ ਇਸ ਦੌਰ 'ਚ ਲੋਕ ਆਪਣਾ ਪ੍ਰੋਪਰ ਦਾਣਾ ਪਾਣੀ ਛੱਡ ਕੇ ਜਿਹੜੇ ਦੂਜੇ ਦਾਣੇ ਪਾਣੀ ਯਾਨੀ ਤਲਾਸ਼ ਤੇ ਕਰਨੀ ਚਾਹੀਦੀ ਹੈ ਅੱਛੇ ਦੀ ਮੈਨੇ ਤਲਾਸ਼ ਤੇ ਕਰ ਕਰਨੀ ਚਾਹੀਦੀ, ਪਰ ਐਕਸੈਸ ਆਫ ਐਵਰੀਥਿੰਗ ਇਜ਼ ਅ ਬੈਡ ਨਾਓ ਵਾਲੀ ਗੱਲ ਹੈ ਕਿ ਇੱਕਦਮ ਜਿਹੜੀ ਅਸੀਂ ਪਟਰੀ ਚੇਂਜ ਕਰ ਲੈਂਦੇ ਹਾਂ ਨਹੀਂ, ਉਹ ਨਹੀਂ ਕਰਨਾ ਚਾਹੀਦਾ। ਉਹ ਬਿਲਕੁਲ ਨਹੀਂ ਕਰਨੀ ਨਹੀਂ, ਉਹ ਨਹੀਂ ਚਾਹੀਦੀ। ਕਰਨੀ। ਮੈਂ ਇਹੀ ਤੁਹਾਡੇ ਤੋਂ ਪੁੱਛਵਾਉਣਾ ਚਾਹ ਰਿਹਾ ਸੀ, ਇਹਨਾਂ ਵਾਲੀ ਕੈਮਰਾ ਰੱਖੋ, ਮੈਂ ਉਸਤਾਦ ਬਾਅਦ ਚ ਹਾਂ, ਇਹ ਉਸਤਾਦ ਪਹਿਲੇ ਨੇ ਕਿ ਸਰ ਉਹਦੇ ਕਿਉਂਕਿ ਨਾ ਮੇਰੇ ਖਿਆਲ ਚ ਤੇ ਮੇਰੀ ਇੱਕ ਨਾਕਿਸ ਅਕਲ ਦੇ ਮੁਤਾਬਕ ਕਿ ਇੱਕਦਮ ਜਿਹੜੇ ਅਸੀਂ ਨਵੇਂ ਤੋਂ ਨਵੇਂ ਦਾਣੇ ਪਾਣੀ ਦੇ ਨਹੀਂ, ਵਿੱਚ ਉਹ ਨਹੀਂ ਕਰਨਾ ਚਾਹੀਦਾ, ਕਬੂਤਰ ਖਰਾਬ ਹੋ ਜਾਂਦਾ। ਕਬੂਤਰ ਤੁਸੀਂ ਸਾਦੇ ਪਾਣੀ ਨਾਲ ਸਾਂਭ ਰਹੇ ਹੋ ਨਾ, ਤੇ ਉਹਨੂੰ ਉੱਥੇ ਹੀ ਰੱਖੋ, ਅੱਛਾ ਉਸਤਾਦ ਜੀ ਨਵਾਂ ਪੰਗਾ ਨਾ ਪਾਓ। ਜਾਂਦੇ ਜਾਂਦੇ ਪੁੱਛੋ ਉਸਤਾਦ ਇਹ ਕਿਉਂ ਕਹਿੰਦੇ ਨੇ? ਮੈਂ ਤੇ ਹੱਥ ਹੀ ਨਹੀਂ ਲਾਇਆ। ਮੈਂ ਨਹੀਂ ਇਹ ਕਹਿੰਦਾ, ਮੈਂ ਕਹਿੰਦਾ ਵਾ ਮੇਰੇ ਕੋ ਜੋ ਕੁਝ ਹੋ ਗਿਆ ਮੈਂ ਪੂਰਾ ਪਾਇਆ, ਅੱਗੋਂ ਨਸੀਬ ਅੱਛਾ ਹੈ। ਇਹ ਸਵੇਰ ਹੀ ਕਹਿ ਦੇਣਾ, ਹਾਂ ਠੀਕ ਹੈ। ਇਹ ਨਹੀਂ ਕਿ ਬਹਿ ਗਿਆ ਤੇ ਅੱਜ ਮੈਂ ਛੇੜਿਆ ਨਹੀਂ ਸੀਗਾ, ਮੈਂ ਤਾਂ ਜਿਹਦੀ ਬਾਜ਼ੀ ਡਾਉਣੀ ਨਾ, ਮੇਰਾ ਕੋਈ 15 ਘੰਟੇ ਵਾਲਾ ਵੀ ਹੈ ਤੇ ਭਾਵੇਂ 3 ਘੰਟੇ ਵਾਲਾ, ਮੈਂ ਉਹਨੂੰ ਛੇੜ ਕੇ ਡਾਣਾ। ਜੇਠ ਵਾਲੇ ਕਬੂਤਰ ਨੂੰ ਨਹੀਂ, ਅੱਛਾ ਜਿਹੜੇ ਪਿਆਰੇ ਡਾਈ ਦੇ ਨੇ। ਪਿਆਰੇ
ਅੱਛਾ ਜੇਠ ਵਾਲੇ ਕਬੂਤਰ ਜਿਹੜਾ ਸ਼ਾਇਦ ਤੁਹਾਨੂੰ ਆਪੇ ਹੀ ਕੋਈ 4-5 ਵੀ ਦੀਆਂ ਪ੍ਰਵਾਜ਼ਾਂ ਦੇ ਰਿਹਾ, ਤੁਸੀਂ ਉਹਨੂੰ ਪੂਰਾ ਕੀਤੀ ਜਾਓ ਤੇ ਤੁਹਾਨੂੰ ਕਿਹੜੀ ਪ੍ਰੋਬਲਮ ਹੈ ਵੀ ਉਹਦੇ ਨਾਲ ਸਿਸਟਮ ਲਾਉਣ ਦੀ ਸਾਰਾ। ਅੱਛਾ ਠੀਕ ਹੈ ਉਹਨਾਂ ਸਿਸਟਮ। ਅੱਛਾ ਜੇਠ ਤੁਹਾਨੂੰ ਵਾਲੇ ਤੁਹਾਡੀ ਤਿਆਰੀ ਤੇ ਦਿਮਾਗ ਹੋਣਾ ਚਾਹੀਦਾ ਵੀ ਮੇਰਾ ਕਬੂਤਰ ਕਦੀ ਵੀ ਫਾਉਲ ਨਹੀਂ ਕਰੇਗਾ, ਇੰਜ ਪੈਰ ਚੁੱਕਿਆ ਤੇ ਉੱਡ ਕੇ ਆਏ, ਅੱਛਾ ਉਂਝ ਦਾ ਕਬੂਤਰ ਤੁਸੀਂ ਸਿਲੈਕਟ ਕਰੋ। ਅੱਛਾ ਨਾ ਉਸਤਾਦ ਜੀ ਜਾਂਦੇ ਜਾਂਦੇ ਸਵਾਲ ਜੇਠ ਚ ਅਗਰ ਤੁਸੀਂ ਕੁਝ ਕਰਨਾ ਹੀ ਨਹੀਂ ਤੇ ਕਬੂਤਰ ਜਲਦੀ ਨਹੀਂ ਬਹਿ ਜਾਂਦੇ ਪਾਸ। ਅੱਛਾ ਜੀ, ਫਿਰ ਉਹ ਗੱਲ ਕਰਦੇ ਪਏ ਵੀ ਕਬੂਤਰ ਨੂੰ ਤੁਸੀਂ ਪੂਰਾ ਕਰ ਲਿਆ, ਵੀ ਥੱਕ ਖਤਮ ਕਰ ਲਈ, ਉਹ ਰੋਜ਼ ਤੁਹਾਨੂੰ ਪ੍ਰਵਾਜ਼ਾਂ ਦੇ ਰਿਹਾ ਹੈ, ਔਰ ਰੋਜ਼ ਛੇੜਨ ਦੀ ਜ਼ਰੂਰਤ ਨਹੀਂ ਹੈ। ਬਾਜ਼ੀ 'ਚ ਕਿਉਂ ਤੁਸੀਂ ਉਹ ਛੇੜੋਗੇ? ਅੱਛਾ ਉਸੇ ਹੱਥ ਤੇ ਲਈ ਉਹ ਉੱਡਦਾ ਹੀ ਹੈ। ਔਰ ਛੇੜਨਾ ਕਦੋਂ ਚਾਹੀਦਾ? ਜਦੋਂ ਤੁਹਾਨੂੰ ਵੇਖਿਆ ਨਾ ਕਿ ਤੁਹਾਡੇ ਕੋਲ ਬਾਜ਼ੀ ਫਸ ਗਈ, ਕਬੂਤਰ ਤੁਹਾਨੂੰ ਹਿੱਟ ਚਾਹੀਦੀ, ਕਿਉਂਕਿ ਉਹਦੇ ਬਗੈਰ ਗੁਜ਼ਾਰਾ ਨਹੀਂ। ਨੰਬਰਦਾਰ ਸਾਹਿਬ ਤੁਹਾਨੂੰ ਸਾਲਗਿਰਾ ਮੁਬਾਰਕ ਦਾ ਕਹਿ ਰਹੇ ਨੇ ਜੀ, ਉਹਨਾਂ ਦਾ उनका थैंक यू, बहुत शुक्रिया नंबरदार जी। ਤੇ 2 ਮਿੰਟ ਲਾਈਵ ਤੋਂ ਬਾਅਦ ਗੁਫ਼ਤਗੂ ਕਰ ਰਹੇ ਜੀ, ਤੁਹਾਡੀ ਮੁਬਾਰਕਬਾਦ ਪਹੁੰਚ ਗਈ ਹੈ। ਪਹੁੰਚ ਗਈ ਜੀ ਨੰਬਰਦਾਰ ਜੀ। ਹਾਂਜੀ ਤੁਸੀਂ ਗੱਲ ਕਰ ਰਹੇ ਸੀਗੇ ਚੱਲਦਾ। ਕਿ ਮੈਂ ਜਿਹੜਾ ਸਵਾਲ ਤੁਹਾਡੇ ਤੋਂ ਕੀਤਾ ਸੀਗਾ ਕਿ ਸਰ ਇਹ ਜਿਹੜੀ ਮੈਂ ਹੁਣ ਤੁਹਾਡੇ ਤੋਂ ਗੱਲ ਪੁੱਛ ਤੁਸੀਂ ਰਿਹਾ ਇਹ ਗੱਲ ਕਰ ਰਿਹਾ ਸੀ ਕਿ ਕਬੂਤਰ ਨੂੰ ਜ਼ਰੂਰਤ ਪੈਂਦੀ ਪੇਸ਼ ਆ ਜਾਂਦੀ, ਸ਼ਾਹਜੀ ਹਿੱਟ ਕਢਾਉਣ ਦੀ। ਹਾਂ ਠੀਕ ਹੈ, ਵੇਖਿਆ ਵੀ ਬਾਜ਼ੀ ਫਸ ਗਈ ਤੇ ਕਬੂਤਰ ਕੋ ਤੁਸੀਂ ਹਿੱਟ ਲੈਣੀ ਹੈ ਤੇ ਉਹਨੂੰ ਤੁਹਾਨੂੰ ਗਰਮ ਕਰਨਾ ਪੈਣਾ ਥੋੜਾ। ਅੱਛਾ ਮਤਲਬ ਰੋਜ਼ ਨੇ 7 ਬਾਜ਼ੀਆਂ 2-3 ਬਾਜ਼ੀਆਂ ਤੁਸੀਂ ਕਢਾ ਵੀ ਸਕਦੇ ਹੋ। ਉਸਤਾਦ ਜੀ ਅਗਰ ਫਰਜ਼ ਵਾਲ ਹੈ 44 ਟੈਂਪਰੇਚਰ ਹੈ, ਹਾਂਜੀ ਵੈਸੇ ਐਕਚੁਅਲ ਯਾਨੀ ਫੀਲ ਲਾਈਟ ਤੇ ਤੁਸੀਂ ਕਹਿ ਲੈਂਦੇ ਆ, ਪਰ ਅੱਜ ਕੱਲ ਜੇ 45 ਟੈਂਪਰੇਚਰ ਘੱਟ ਹੋ ਗਿਆ ਹੈ, ਠੀਕ ਹੈ ਨਾ, ਹਕੀਕਤ ਹੈ। 45 ਠੀਕ ਪੈ ਹੈ, ਹੀ ਨਹੀਂ ਰਿਹਾ। ਪੈ ਨਹੀਂ ਰਿਹਾ। ਐਵੇਂ ਝੂਠ ਪਰ ਅਸੀਂ ਉਹ ਕਹਿ ਦਿੰਦੇ ਆ ਕਿ ਜੀ 48 ਟੈਂਪਰੇਚਰ ਸੀ, 49 ਟੈਂਪਰੇਚਰ ਸੀ। ਹੁਣ ਇੰਜ ਦਾ ਟੈਂਪਰੇਚਰ ਹੋਏ ਤੇ ਕਿ ਕਬੂਤਰ ਨੂੰ ਛੇੜ ਕੇ ਉਡਾਉਣਾ ਚਾਹੀਦਾ ਕਿ ਸਾਦੇ ਉਡਾਉਣੇ ਚਾਹੀਦੇ? ਨਹੀਂ, ਕਬੂਤਰ ਨੂੰ ਤੁਸੀਂ ਹਲਕਾ ਫੁਲਕਾ ਰਾਤ ਨੂੰ ਗਰਮ ਕੀਤਾ ਤਾਂ ਕਿ ਸਵੇਰੇ ਉੱਠਦਿਆਂ ਬੰਦ ਚਲਾ ਜਾਵੇ। ਚੰਗਾ ਕਬੂਤਰ ਜਦੋਂ ਸਵੇਰੇ ਬੰਦ ਚਲਾ ਗਿਆ ਨਾ, ਉਹਨੇ ਆਪਣੇ ਟਾਈਮ ਤੇ ਆਪਣਾ ਪਿਛਲੇ ਟਾਈਮ ਕਰਕੇ ਆਏ। ਟਾਈਮ ਕਰਕੇ, ਉਹ ਭਾਵੇਂ ਗਰਮੀ ਹੋਵੇ ਭਾਵੇਂ ਨਮੀ ਹੋਵੇ, ਕੋਈ ਚੱਕਰ ਨਹੀਂ। ਉਸਤਾਦ ਜੀ ਤਾਂ ਗੱਲ ਕਈ ਦਫਾ ਹੁੰਦਾ ਨਾ ਨਮੀ ਦੀ ਗੱਲ ਕਰ ਲੈਂਦੇ ਨੇ ਬੰਦੇ, ਹੂੰ, ਤੇ ਹੁਣ ਕਿੰਨੀ ਨਮੀ, ਹੂੰ, ਅਸਲ ਤੇ ਨਮੀ ਹੋਣ ਹੈ ਨਾ, ਹੂੰ। ਕਹਿੰਦੇ ਦਿਨਾਂ 'ਚ ਕਬੂਤਰ ਨਹੀਂ ਉੱਡਣਗੇ, ਕਿਉਂਕਿ ਕਬੂਤਰ ਨੂੰ ਫਜ਼ਾ ਚੰਗੀ ਚਾਹੀਦੀ ਹੈ। ਨਮੀ ਦਾ ਜਾਂ ਦੂਸਰਾ ਸਿਸਟਮ ਯਾਨੀ ਉਹ ਬਾਅਦ ਦਾ ਅਨਸਰ ਹੈ। ਹਾਂਜੀ ਬਾਅਦ ਦਾ ਅਨਸਰ। ਨਹੀਂ ਤਾਂ ਫਿਰ ਮੈਂ ਇਹ ਸਵਾਲ ਕਰਨਾ ਗਾ ਸੀ ਕਿ ਠੰਡ 'ਚ ਤਾਂ ਜ਼ਿਆਦਾ ਉੱਡਣੇ ਚਾਹੀਦੇ ਨੇ। ਨਹੀਂ ਉਹ ਗੱਲ ਨਹੀਂ ਹੁੰਦੀ ਇਹ। ਤੇ ਦੇਖੋ ਅਸੀਂ ਕਬੂਤਰ ਸਵੇਰੇ ਡਾ ਦਿੰਨੇ ਆ, ਉੱਤੇ ਪਤਾ ਜਾਂ ਉੱਤੇ ਪਰਿੰਦੇ ਨੂੰ ਪਤਾ ਜਿਹੜਾ ਉੱਡ ਰਿਹਾ, ਜਾਂ ਅੱਲਾ ਨੂੰ ਪਤਾ ਹੈ ਉੱਤੇ ਕੀ ਹੈ। ਅਸੀਂ ਸਾਡੇ ਤਾਂ ਤੁੱਕੇ ਹੀ ਨੇ, ਥੱਲੇ ਬੈਗ ਉੱਤੇ ਆ ਹੋ ਗਿਆ, ਉੱਤੇ ਆ ਹੋ ਗਿਆ। ਇਹ ਗੱਲ ਕੀਤੀ ਹੈ ਤੁਸੀਂ? ਨਹੀਂ ਅੱਜ ਮੇਰੇ ਖਿਆਲ ਨਾਲ ਜਿਹੜੀ ਗੱਲ ਕੀਤੀ ਹੈ ਕਰਦੀ ਹੈ ਕਿ ਅਸੀਂ ਉਂਝ ਹੀ ਉੱਤੋਂ ਤੋਂ ਪੈ ਰਹੇ ਹੁੰਦੇ ਆ, ਪਰ ਇਹ ਸਭ ਬੇਸਿਕ ਇਹ ਰੱਬ ਨੂੰ ਪਤਾ ਉੱਤੇ ਕੀ ਇਹ ਰੱਬ ਨੂੰ ਜਿਹੜਾ ਪਤਾ। ਕਬੂਤਰ ਉੱਡ ਰਿਹਾ ਹੁੰਦਾ ਉਹਨੂੰ ਪਤਾ। ਉਹਨੂੰ ਪਤਾ ਹੁੰਦਾ। ਅੱਛਾ ਦਾਵਾ ਤਾਂ ਨਹੀਂ ਕਰਨਾ ਚਾਹੀਦਾ, ਪਰ ਮਾਲਿਕ ਦਾ ਇੱਕ ਯਕੀਨ ਵੀ ਤਾਂ ਹੁੰਦਾ ਹੈ ਨਾ ਆਪਣੇ ਕਬੂਤਰ ਤੇ। ਉਹ ਮਾਲਕ ਦਾ ਕਬੂਤਰ ਤੇ ਆਪਣੀ ਤਿਆਰੀ ਤੇ ਯਕੀਨ ਹੁੰਦਾ। ਯਕੀਨ ਹੁੰਦਾ। ਦਾਵਾ ਤਾਂ ਇੱਕ ਲਹਿਦਾ ਚੀਜ਼ ਹੈ ਨਾ, ਪਰ ਬਾਜ਼ ਕਬੂਤਰ ਤੇ ਹੁੰਦਾ ਕਿ ਅਗਰ ਕਬੂਤਰ ਹੈ ਉੱਤੇ ਹੈ ਤੇ ਨਿਕਲੇਗਾ। ਹਾਂਜੀ ਉੱਤੇ ਆ ਕੇ ਨਿਕਲੇਗਾ, ਉੱਤੇ ਹੈ ਤੇ ਨਿਕਲ, ਯਾਨੀ ਉਹਨੂੰ ਆਪਣੀ ਤਿਆਰੀ ਤੇ ਹਾਂਜੀ। ਤੇ ਕਬੂਤਰ ਤੇ। ਅੱਛਾ ਜੀ, ਕੋਈ ਵੀ ਛੱਤ ਮਾਲਕ ਕਬੂਤਰ ਡਾ ਰਿਹਾ ਨਾ, ਹੂੰ ਉਹਨੂੰ ਪਤਾ ਲੱਗ ਜਾਂਦਾ ਮੇਰੇ ਫਲਾਣੇ ਨੇ ਅੱਜ ਨਹੀਂ ਬਹਿਣਾ। ਅੱਛਾ ਫਰਕ ਆ ਤੁਹਾਡੇ, ਚਲੋ ਛੱਤ 4 ਵੀ ਬੰਦ ਹੋ ਗਈ ਨਾ, ਹੂੰ ਤੇ ਬੰਦੇ ਨੂੰ ਅੰਦਾਜ਼ਾ ਹੋ ਜਾਂਦਾ ਕਿ ਮੇਰਾ ਕਬੂਤਰ ਇੰਨੇ ਟਾਈਮ ਦੇ ਵਿੱਚ ਅਗਰ ਨਿਕਲ ਆਇਆ ਤੇ ਠੀਕ ਨੇ, ਤੇ ਮੈਂ ਮੁਨਸਰ ਉਠਾ ਦਿਆਂ। ਮੈਂ ਯਾਦ ਵੀ ਤੁਹਾਨੂੰ ਫੋਨ ਕੀਤਾ ਸੀਗਾ, ਹਾਂ ਮੇਰੇ ਖਿਆਲ ਚ ਡੇਟ ਸੀ, ਮੈਂ ਜਿਸ ਦਿਨ ਮੌਸਮ ਖਰਾਬ ਹੋਇਆ ਸੀਗਾ, ਮੈਂ ਤੁਹਾਨੂੰ 12 ਵੀ ਨਹੀਂ कहता ਸੀਗਾ ਮੈਂ ਕਿਹਾ 4 ਕਬੂਤਰ ਆਪਣੇ ਨਹੀਂ ਆਣੇ। ਮੈਂ ਤੁਸੀਂ ਕਿਹਾ 12 ਵੀ ਜਦ ਕਹਿੰਦੀ ਹੈ ਮੈਂ ਕਿਹਾ ਯਾਰ ਪਤਾ ਮੈਨੂੰ 4 ਕਬੂਤਰ ਨਹੀਂ ਆਣੇ, 3 ਹੀ ਬਹਿਣੇ ਨੇ, ਕਿਉਂਕਿ ਇੰਜ ਛੱਡੇ ਨੇ ਕਬੂਤਰ ਤੇ ਪਿੱਛੋਂ ਲੱਸ ਜੀ ਚੱਲ ਗਈ ਤੇ ਕਬੂਤਰ ਤਾਂ ਸਵੇਰੇ ਚਲੇ ਗਿਆ। ਉਹ ਮੈਨੂੰ ਮੋਨੇ ਚੌਧਰੀ ਮੋਇਨ ਦੀ ਗੱਲ ਯਾਦ ਆ ਗਈ, ਬੜੀ ਸਖਤ, ਇਹ ਕੋਈ 12-14 ਸਾਲ ਪਹਿਲੇ ਦੀ ਸੁਣਾ ਰਿਹਾ ਗੱਲ। ਉਹ ਨਾ ਮੈਂ ਉਹਨੂੰ ਕੋਈ 10 ਵਜੇ ਫੋਨ ਕੀਤਾ ਸੁਬਾਹ ਜੇਠ ਚ, ਅੱਛਾ ਅੱਛਾ ਤੀਸਰੀ ਚੌਥੀ, ਮੈਂ ਕਿਹਾ ਛੁਡਾਓ, ਕਹਿੰਦਾ ਜਿਹੜੇ ਬਹਿਣੇ ਸੀ ਬਹਿ ਗਏ ਨੇ, ਤੇ ਉਸ ਵਕਤ ਪਤਾ ਹੀ 7 ਉੱਤੇ ਸੀਗੇ ਤੇ ਬਾਕੀ ਕਹਿੰਦਾ ਬਾਕੀ ਅੱਲਾ ਅੱਲਾ। ਮੈਂ ਕਿਹਾ 10 ਵਜੇ ਹੀ, ਕਹਿੰਦਾ ਮੈਂ ਹੁਣ ਕੀ ਕਵਾਂ, ਉਹ ਨਹੀਂ ਆਂਦੇ ਨਜ਼ਰ ਆਉਂਦੇ। ਕੀ ਹੋਇਆ? ਮੈਂ ਕਿਹਾ 7 ਉੱਤੇ ਨੇ। ਮੈਂ ਕਿਹਾ ਐਵੇਂ ਤੂੰ ਮਾਰਦਾ ਹੈ। ਤੇ ਮੈਂ ਕਿਹਾ ਕੀ ਖਾ ਰਿਹਾ? ਕਹਿੰਦਾ ਮੈਂ ਖਜੂਰਾ ਖਾ ਰਿਹਾ। ਤੇ ਕਹਿੰਦਾ ਅਕਸਰ ਮੈਨੂੰ ਮੈਂ ਗੱਲ ਇਸ ਲਈ ਦੱਸੀ ਹੈ ਕਿ ਉਸਤਾਦ ਮੇਰੇ ਕੋਲ ਹੈ ਹੀ ਉਹ ਜਿਹਨੂੰ ਪਤਾ ਹੁੰਦਾ ਹੈ ਕਿ ਉਹਦਾ ਕਬੂਤਰ ਆਣਾ ਹੈ। ਜੀ ਹਰ ਬੰਦੇ ਨੂੰ ਪਤਾ ਹੈ ਵੀ ਮੇਰਾ ਅੱਜ ਚਲਾ ਗਿਆ, ਕੀ ਬਣ ਗਿਆ ਕੀ ਨਹੀਂ। ਜਿਹੜਾ ਡਰ ਹੈ ਥੱਲੇ ਬਹਿ ਕੇ ਉਹਨੂੰ ਕਿਹੜੀ ਤੇਲ ਦੀ ਭੁੱਲ ਹੈ। ਉਸਤਾਦ ਜੀ ਜਦੋਂ ਤੁਸੀਂ ਮੈਨੂੰ ਕਿਹਾ ਸੀਗਾ, ਜੈਸੇ ਮੈਨੂੰ ਤੁਹਾਡੇ ਜੁਮਲਾ ਯਾਦ ਆ ਗਿਆ, ਜਾਂਦੇ ਜਾਂਦੇ ਆਖਰੀ ਸਵਾਲ ਹੀ ਹੈ
ਕਿ ਜਦ ਮੈਂ ਖੁੱਡੇ 'ਚ ਜਾਂਦਾ ਹੈ ਨਾ ਤੇ ਮੇਰਾ ਕਬੂਤਰ ਮੈਨੂੰ ਦੱਸ ਦਿੰਦਾ ਹੈ, ਬੋਲ ਕੇ ਦੱਸ ਦਿੰਦਾ ਹੈ ਕਿ ਮੈਂ ਸੁਬਹ ਪੈਣਾ ਹੈ। ਹੈਂ? ਹਾਂ ਕਿ ਮੈਂ ਖੁੱਡੇ 'ਚ ਜਾਂਦਾ ਹੈ ਤੇ ਮੈਨੂੰ ਮੇਰਾ ਕਬੂਤਰ ਦੱਸ ਦਿੰਦਾ ਹੈ ਕਿ ਮੇਰੀ ਵਾਰੀ ਹੈ ਪੈਣ ਦੀ। ਕਬੂਤਰ ਤਿਆਰੀ ਵਾਲਾ ਗੱਲਾਂ ਕਰਦਾ ਵੀ ਮੈਂ ਸਵੇਰੇ ਇੰਨਾ ਉੱਡਾਂਗਾ। ਠੀਕ ਹੈ, ਉਹਦੀ ਫਿਟਨੈਸ ਦਾ, ਫਿਟਨੈਸ ਪੂਰੀ ਦੱਸ, ਪੂਰੀ ਫਿਟਨੈਸ। ਉਹਦੀ ਖੜਕ ਦੱਸਦੀ। ਨਹੀਂ, ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਕਬੂਤਰ ਗੁੜਕ ਵੀ ਰਿਹਾ ਹੁੰਦਾ, ਥਾਪਾਂ ਤਾਲਾਂ ਵੀ ਮਾਰ ਰਿਹਾ ਹੁੰਦਾ ਹੈ, ਤੇ ਬੰਦਾ ਕਹਿੰਦਾ ਇਹ ਪੂਰਾ ਰਾਜ਼ੀ ਹੈ, ਲੇਕਿਨ ਉਹ ਫਿਰ ਵੀ ਅਨਫਿਟ ਹੁੰਦਾ ਹੈ। ਫਿਰ ਵੀ ਅਨਫਿਟ ਹੁੰਦਾ ਹੈ ਕਿਉਂਕਿ ਉਹਦੀ ਵਿੱਠ ਤੋਂ ਪਤਾ ਚੱਲ ਜਾਂਦਾ ਕਿ ਇਹ ਵਿੱਠ ਦੇ ਵਿੱਚ ਕਾਰੀਗਰ ਬੰਦਾ ਦੱਸ ਦੇਗਾ ਕਿੰਨੇ ਘੰਟੇ ਨੇ। ਅੱਛਾ ਉਸਤਾਦ ਜੀ, ਇੱਕ ਸਵਾਲ ਪੁੱਛਾਂ। ਬਾਹਰ ਲੋਕ ਨਾ ਕਹਿੰਦੇ ਨੇ ਕਿ ਜੀ ਛੋਟੀ ਦੁਮ ਦਾ ਹੀ ਕਬੂਤਰ ਉੱਡਦਾ ਹੈ, ਕੋਈ ਨਹੀਂ ਉਹ ਯਾਰ ਕਿ ਜੀ ਦੁਮਾ ਕੱਢਦੇ ਹੋ। ਹੁਣ ਨਹੀਂ, ਦੁਮਾ ਸ਼ੁਮਾ ਦੀ ਨਹੀਂ ਗੱਲ ਸ਼ਾਹ ਜੀ, ਕਬੂਤਰ ਤਿਆਰੀ ਦੀ ਉੱਡਦਾ ਹੈ। ਜਿਹਨੇ ਡੰਡਾ ਚੰਗਾ ਮਾਰ ਲਿਆ ਉਹ ਚੰਗਾ ਉੱਡ ਗਿਆ। ਉਸਤਾਦ ਜੀ ਤੁਸੀਂ ਬੜਾ ਟਾਈਮ ਦਿੱਤਾ, ਬੜਾ ਕੀਮਤੀ ਟਾਈਮ ਦਿੱਤਾ ਹੈ, ਔਰ ਲੋਕ ਅਜੇ ਤੱਕ 150 ਦੇ ਉੱਤੇ ਲੋਕ ਤੁਹਾਨੂੰ ਦੇਖ ਰਹੇ ਨੇ। ਕਈ ਤੇ ਸਵਾਲ ਵੀ ਕਰ ਰਹੇ ਸੀ, ਮੈਂ ਕਿਹਾ ਟਾਈਮ ਜ਼ਿਆਦਾ ਹੋ ਜਾਣਾ ਹੈ, ਤੁਹਾਡੇ ਸ਼ਾਗਿਰਦ ਆਏ ਹੋਏ ਨੇ ਤੇ ਉਹਨਾਂ ਨਾਲ ਵੀ ਗੱਪਸ਼ਪ ਲਾਣੀ ਹੈ, ਤੇ ਲੋਕ ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਬਾਬਰ ਸਾਹਿਬ ਜਰਾ ਬਾਹਰ ਦਾ ਕੋਈ ਵਿਊ ਦਿਖਾ ਦੇਣਾ, ਕੋਈ ਅਗਰ ਕੋਈ ਬਿਨਾਂ ਦਾ ਖੁੱਲਾ ਜਾਨਵਰ ਗਲਤੀ ਨਾਲ ਨਜ਼ਰ ਆ ਜਾਏ ਤਾਂ ਉਹਦੇ ਤੇ ਨਜ਼ਰ ਲਵਾ ਦੇਣਾ। ਤੇ ਇਨੀ ਤੁਹਾਨੂੰ ਇੱਕ ਦਫਾ ਫਿਰ ਸਾਲਗਿਰਾ ਦੀ ਬੜੀ ਬੜੀ ਮੁਬਾਰਕ ਹੋ। हैप्पी बर्थडे का बहुत शुक्रिया असलम साहब, बड़ी मेहरबानी जनाब। और जमील भट्ट साहब भी अपना लोग देख रहे हैं, लाला माजिद अवान साहब आज सानू देख रहे हैं भाई, और बहुत सारे दोस्त साथी चौधरी अजहर साहब देख रहे हैं, उस्ताद शाकर साहब, यानी एक लंबी चौड़ी लिस्ट है। चौधरी अजहर चदर साहब, बड़ी मेहरबानी जनाब, ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਤੇ ਤਾਜ ਸ਼ਾਕਰ ਸਾਹਿਬ, शहबाज बारा साहब, ਸ਼ਵਾਜ਼ ਬਾਰਾ ਸਾਹਿਬ, ਤੁਹਾਡੀ ਟੀਮ ਸਾਰੀ ਦੇਖ ਰਹੀ ਹੈ। जी नाज़रीन, ये भी मतलब कबूतर तो नहीं है, तो आज का व्यू दिखा देते हैं। कबूतर हमारे अंदर ये नाज़रीन बात हम कर रहे थे उस्ताद मलिक नसर खोखर साहब से, काफ़ी अच्छी गुफ्तगू हुई है, तो इसके साथ ही आपसे इजाज़त चाहते हैं। इंशाल्लाह नेक्स्ट एपिसोड में आपकी खिदमत में हाज़िर होंगे। इन दुआओं में याद रखना।